ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੋ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੱਜ ਸ਼੍ਰੀ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਚੌਦਸ ਤੇ ਪੁਰਬ ਹਨ। ਬੇਅੰਤ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ, ਸਰੋਵਰ ਸਾਹਿਬ ਦੇ ਇਸ਼ਨਾਨ, ਲੰਗਰਾਂ ਦੀ ਸੇਵਾ, ਹੋਰ ਬੇਅੰਤ ਪ੍ਰਕਾਰ ਦੀਆਂ ਸੇਵਾ ਹਨ। ਤੀਰਥ ਯਾਤਰਾ ਵਾਸਤੇ ਬੇਅੰਤ ਸੰਗਤਾਂ ਸ਼੍ਰੀ ਤਰਨ ਤਾਰਨ ਸਾਹਿਬ ਹਾਜ਼ਰੀ ਭਰ ਰਹੀਆਂ ਹਨ। ਇਹ ਸੰਗਤ ਫਿਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜਾਂਦੀ ਹੈ। ਕੱਲ੍ਹ ਜੋ ਅਮਾਵਸ ਦਾ ਪੁਰਬ ਆ, ਅਮਾਵਸ ਦੇ ਪੁਰਬ 'ਤੇ ਬੇਅੰਤ ਸੰਗਤਾਂ ਸ੍ਰੀ ਦਰਬਾਰ ਸਾਹਿਬ ਜਾਂਦੀਆਂ ਹਨ, ਕਿਉਂਕਿ ਮਹਾਰਾਜ ਨੇ ਤੀਰਥਾਂ 'ਤੇ ਵੱਖ ਵੱਖ ਦਿਨ ਰੱਖੇ ਹਨ। ਜਿਵੇਂ ਗੋਇੰਦਵਾਲ ਸਾਹਿਬ ਜ਼ਿਆਦਾ ਪੂਰਨਮਾਸ਼ੀ ਹੈ, ਕਈ ਜਗ੍ਹਾ ਬਸੰਤ ਪੰਚਮੀ ਦੇ ਪੁਰਬਾਂ 'ਤੇ ਸੰਗਤ ਜਾਂਦੀ ਹੈ। ਇਹ ਮਹਾਰਾਜ ਦੀ ਆਪਣੀ ਮੌਜ ਹੈ। ਅਤੇ ਛਾਲਟਾ ਸਾਹਿਬ ਹੈ, ਉੱਥੇ ਸੰਗਤਾਂ ਜਾਂਦੀਆਂ। ਬਾਬਾ ਬੁੱਢਾ ਸਾਹਿਬ ਦੀ ਬੀੜ ਜਾਂਦੀਆਂ, ਕਿਉਂਕਿ ਹੈ ਮਹਾਰਾਜ ਦੇ ਸਾਰੇ ਅਸਥਾਨ ਭਾਗ ਸ਼ਰਧਾ ਨੂੰ ਹੀ ਲੱਗਦੇ ਆ। ਗੁਰੂ ਮਹਾਰਾਜ ਦੀ ਇੱਕੋ ਹੀ ਜੋਤ ਹੈ, ਜੋਤ ਇੱਕੋ ਹੀ ਹੈ। ਸ਼ਰਧਾ ਹੈ, ਜਿਵੇਂ ਹੁਣ ਸ਼੍ਰੀ ਸੁਲਤਾਨਪੁਰ ਸਾਹਿਬ ਹੈ, ਉੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਸੰਗਤ ਜਪਦੀ ਹੈ। ਖਡੂਰ ਸਾਹਿਬ ਆਓ, ਧੰਨ ਗੁਰੂ ਅੰਗਦ ਸਾਹਿਬ। ਗੋਇੰਦਵਾਲ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਹੈ। ਹਰਿਮੰਦਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਤਰਨ ਤਾਰਨ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਸ਼੍ਰੀ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਜੀ ਦਾ ਬਡਾਲੀ ਸਾਹਿਬ। ਇਸੇ ਤਰ੍ਹਾਂ ਕੀਰਤਪੁਰ ਸਾਹਿਬ ਸੱਤਵੇਂ ਅੱਠਵੇਂ ਪਾਤਸ਼ਾਹ ਦੀ ਮਹਿਮਾ ਹੈ। ਔਰ ਸ਼੍ਰੀ ਅਨੰਦਪੁਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਸਮ ਪਾਤਸ਼ਾਹ ਜੀ। ਪਟਨਾ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਦਮਦਮਾ ਸਾਹਿਬ ਹੈ, ਸ਼੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ। ਸੰਗਤਾਂ ਵੱਖਰੇ ਵੱਖਰੇ ਗੁਰਪੁਰਬ ਹੈ, ਉਸ ਸਥਾਨਾਂ ਦੇ ਮੁਤਾਬਕ ਉਹ ਗੁਰਪੁਰਬ ਮਨਾਏ ਜਾਂਦੇ ਹਨ।
और कंध साहिब है, बेरा साहिब है, बाबा बुढ़ा साहिब की भीड़ है, और उदास साहिब है, डेरा बाबा नानक है। बेअंत महाराज दे स्थान है। हर स्थान ते संगत ने कोई ना कोई पुरब जड़ा वो नियुक्त किया। विसाखी श्री दमदमा साहिबजादा भरदी है, होला महला आनंदपुर है, दशहरा चमकौर साहिब जां हजूर साहिब, ज्योति जो समून का गुरता गद्दी का, और खालसे का जन्मदिन विसाखी, माघी श्री मुक्तसर साहिब, सवा फतेहगढ़ साहिब है। इस तरह बसंत पंचमी गुरु के लाहौर है, जहाँ दुख निवारण पटियाले है। ये पुरब जड़े काफ़ी इस तरह वंडे हुए हैं। तो रोज़ाना भी संगत जाने वाली है, बाकी पुरबां दे उत्ते भी बेअंत संगतां आउंदियां। अज 14 का दिन है। बेअंत संगतां श्री तरनताਰਨ साहिब दरबार साहिब दर्शन लई दीवान हाल च भी हाज़री भरदियां हैं, और सरोवर इशनान वगैरह करन आउंदे आ। कई सुखना के हिसाब नाल आउंदे आ, कोई सुखना सुखी है, जुदियां जुदियां कामना लैके आउंदे आ। कोई दुख की निवृत्ति लई, कोई माया पदार्थों लई, कोई परमात्मा के मिलाप वास्ते बेनती करता है, कोई आत्म चिंतन, जे कोई ज्ञानवान अभेद स्वरूप है वो आपे जपो अपना जाप। सो इस तरह जिग्यासू जिहड़े है प्रेमी है, वखरे वखरे भावना वाले आउंदे आ। ते सतगुरु जी अंतरजामी है, दिलों दियां जानदे है। जिस तरह की कोई कामना ना आउंदा है, उसकी भावना देखते हैं कि भावना यदि सही है, क्यों महाराज तो कोई गल लुक छिप नहीं सकती। कि जिहड़ा शरधा भावना ना आउंदा है, तो महाराज दे घरों रोगी का रोग खंड हुंदा है, गरीबी दूर हुंदी है, परमात्मा दे मिलन की इच्छा पूरी हुंदी है, अभेद अवस्था का आनंद जिहड़ा वो भी प्राप्त हो जाता है। क्योंकि शरधा दे नाल जदों कोई भी इंसान आउंदा है, भावनी भगत पाए कौडी अगर भाग रखे, ताही गुर सर्व निदान दान देत है। चरण शरण गुर एक पिंडा जाए, चल कोट पिंडा आगे हुए सतगुर लेत है। जदों शरधा धार के चलता है, गरीब अमीर की शरधा के मुताबिक भेटा जिहड़ी है वो प्रवान हुंदी है। जे अंदर भावना नहीं, भावें वो भेटा चढ़ा भी जाए, महाराज जानी जाने, क्योंकि महाराज नूं हेरा फेरी दे नाल जां माया पदार्थां नाल कोई प्रभावित कर नहीं सकता। उन्हां दी कृपा उत्थे होनी है जिथे भावना सही है। इस वास्ते बेअंत संगतां गुरु महाराज के दरबार विच आउंदियां हन।
ਕਿ ਪਾਰਵਤੀ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਗੰਗਾ ਨਹਾਉਣ ਵਾਸਤੇ ਯਾਤਰਾ ਜਾ ਰਹੀ ਹੈ, ਇਹ ਸਾਰੇ ਪਾਪ ਮੁਕਤ ਹੋ ਜਾਂਦੇ ਹੋਣੇ, ਸਵਰਗ ਜਾਂ ਬਕੁੰਠ ਨੂੰ ਜਾਂਦੇ ਹੋਣਗੇ। ਸ਼ਿਵ ਜੀ ਕਹਿੰਦੇ ਨਹੀਂ, ਇਹਨਾਂ 'ਚੋਂ ਸਾਰੇ ਨਰਕ ਜਾਣ ਵਾਲੇ ਹੀ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਦਿਖਾ ਦਿੰਦੇ ਹਾਂ। ਤੇ ਸ਼ਿਵ ਜੀ ਕਹਿਣ ਲੱਗੇ, ਤੂੰ ਇੱਥੇ ਨਾ ਨੌਜਵਾਨ ਰੂਪ ਧਾਰ ਕੇ ਸੋਹਣੇ ਗਹਿਣੇ ਲੀੜੇ ਪਾ ਕੇ ਬਹਿ ਜਾ। ਉਹ ਬੈਠ ਗਏ। ਸ਼ਿਵ ਜੀ ਨੇ ਬਿਲਕੁਲ ਬਿਰਧ ਸਰੀਰ ਧਾਰ ਲਿਆ। ਉਹ ਜਿਹੜਾ ਵੀ ਆਵੇ, ਤੂੰ ਇੱਥੇ ਬੁੱਢੇ ਨਾਲ ਕੀ ਕਰਦੀ ਹੈ? ਬਸ ਇਸ ਤਰ੍ਹਾਂ ਹੀ ਕੋਈ ਮਜ਼ਾਕ ਕਰਕੇ ਲੰਘਦਾ, ਕੋਈ ਇਸ ਤਰ੍ਹਾਂ ਅਟਖੇਲੀਆਂ ਕਰਦੇ, ਸ਼ਾਮ ਤਾਈਂ ਬੈਠੇ ਰਹੇ। ਸ਼ਿਵ ਜੀ ਕਹਿੰਦੇ ਆ ਸਾਰੇ ਨਰਕ ਜਾਣੇ ਆ, ਇਹ ਸਾਰੇ ਨਰਕ ਜਾਣੇ ਆ। ਆ ਦੇਖ ਲਓ ਇਹਨਾਂ ਦੀਆਂ ਭਾਵਨਾ। ਇਸ ਵਾਸਤੇ ਫਿਰ ਕੋਈ ਇੱਕ ਫਕੀਰ ਆਇਆ, ਮਾਤਾ ਜੀ ਤੁਸੀਂ ਇੱਥੇ ਬੈਠੇ ਆ, ਕੋਈ ਸੇਵਾ ਬਖਸ਼ੋ। ਕਹਿੰਦੇ ਲੈ ਇੱਕ ਨਿਕਲਿਆ ਸਾਰੇ ਮੇਲੇ 'ਚੋਂ। ਇਸ ਤਰ੍ਹਾਂ ਬਹੁਤੀ ਦੁਨੀਆ ਤਾਂ ਮੇਲਿਆਂ 'ਚ ਇਸੇ ਤਰ੍ਹਾਂ ਹੀ ਆ। ਉਹ ਮੇਲੇ ਨਹੀਂ ਝਮੇਲੇ ਹੀ ਹੁੰਦੇ ਆ। ਤੋ ਜੋੜ ਮੇਲੇ ਵਿਰਲੇ ਹੀ ਹੈ, ਜਿੱਥੇ ਜਾ ਕੇ ਇਨਸਾਨ ਮਨ ਦਾ ਕਪਟ ਤਿਆਗਦਾ ਹੈ, ਹਿਰਦੇ ਨੂੰ ਸ਼ੁੱਧ ਕਰਕੇ ਭਾਵਨਾ ਬਣਾ ਕੇ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਕਥਾ ਕੀਰਤਨ ਸੁਣਦਾ ਹੈ। ਉਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਦਾ ਹੈ। ਕਿਉਂਕਿ ਪਾਤਰ ਸ਼ੁੱਧ ਹੋਵੇ ਤਾਂ ਵਸਤੂ ਪੈਂਦੀ ਹੈ। ਜਿਉਂ ਮਹਾਂਪੁਰਖ ਭਿਖਿਆ ਵਾਸਤੇ ਜਾਇਆ ਕਰਦੇ ਸੀ। ਉਹ ਇੱਕ ਪਰਿਵਾਰ ਸੀ, ਬੜੇ ਪ੍ਰੇਮੀ। ਉਹਨੇ ਬੇਨਤੀ ਕਰਨੀ, ਮਹਾਰਾਜ ਕਿਰਪਾ ਕਰ ਦਿਓ, ਬਖਸ਼ਿਸ਼ ਕਰੋ। ਉਹਨੇ ਚੁੱਪ ਰਹਿਣਾ। ਜਦੋਂ ਜਾਣਾ ਫੇਰ। ਇੱਕ ਦਿਨ ਉਹਨੇ ਕੀ ਕੀਤਾ, ਜਿਹੜਾ ਕਮੰਡਲ ਸੀ ਨਾ, ਉਹਦੇ 'ਚ ਉਹਨਾਂ ਨੇ ਕੋਈ ਗਾਰਾ ਜਿਹਾ ਪਾ ਲਿਆ। ਜਿਹੜੇ ਭਿੱਖਿਆ ਨੂੰ ਗਏ ਅਤੇ ਉਹ ਕਮੰਡਲ ਮੋਹਰੇ ਕਰ ਦੇਣ, ਇਹਦੇ 'ਚ ਪਾ ਦਿਓ। ਕਹਿੰਦੇ ਮਹਾਰਾਜ ਇਹ ਕਮੰਡਲ ਤਾਂ ਗਾਰੇ ਨਾਲ ਲਿਬੜਿਆ, ਇਹਦੇ 'ਚ ਕਿਵੇਂ ਪਾਈਏ? ਇਹ ਤਾਂ ਚੀਜ਼ ਖਰਾਬ ਹੋ ਜਾਏਗੀ। ਅਸੀਂ ਗ੍ਰੇਸੀ ਤਾਂ ਪੁੰਨ ਵਾਸਤੇ ਕੋਈ ਚੀਜ਼ ਦੇਣੀ ਹੈ, ਇਹਦਾ ਪਾਪ ਹੋ ਜਾਊਗਾ ਅਤੇ ਵਸਤੂ ਵੀ ਵਿਅਰਥ ਜਾਏਗੀ। ਕਹਿੰਦੇ ਨਹੀਂ, ਪਾ ਦਿਓ ਇਹਦੇ 'ਚ। ਕਹਿੰਦੇ ਮਹਾਰਾਜ ਅਸੀਂ ਇਹਦੇ 'ਚ ਨਹੀਂ ਪਾ ਸਕਦੇ, ਇਹ ਤਾਂ ਗਾਰੇ ਨਾਲ ਭਰਿਆ ਹੋਇਆ, ਲਿਬੜਿਆ ਤੇ ਵਿੜਿਆ। ਕਹਿੰਦੇ ਬਸ ਤੁਹਾਡੇ ਪ੍ਰਸ਼ਨ ਦਾ ਉੱਤਰ ਆ। ਜਿਵੇਂ ਤੁਸੀਂ ਇਸ ਲਿਬੜੇ ਹੋਏ ਗੰਦੇ ਕਮੰਡਲ 'ਚ ਕੋਈ ਚੀਜ਼ ਪਾਉਣ ਲਈ ਤਿਆਰ ਨਹੀਂ, ਅਤੇ ਜਦੋਂ ਤੱਕ ਤੁਹਾਡਾ ਹਿਰਦਾ ਮੈਲਾ ਹੈ ਅਤੇ ਅਸੀਂ ਵਸਤੂ ਕਿਵੇਂ ਪਾ ਦਈਏ? ਵਸਤੂ ਤਾਂ ਹੀ ਪਏਗੀ ਨਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਭਾਂਡਾ ਧੋਏ ਬੈਸ ਧੂਪ ਦੇਵਹੁ, ਤੋ ਦੂਧੈ ਕੋ ਜਾਵਹੁ। ਭਾਂਡਾ ਹੁੰਦਾ, ਉਹਨੂੰ ਕੂਚਣਾ ਪੈਂਦਾ, ਫਿਰ ਧੁੱਪੇ ਰੱਖ ਕੇ ਸੁਕਾਉਂਦੇ ਆ, ਉਹਦੀ ਉਹ ਬਾਸ਼ਨਾ ਖਤਮ ਹੋ ਜਾਏ ਮਾੜੀ, ਫਿਰ ਦੁੱਧ ਪਾਉਂਦੇ ਆ, ਸਹੀ ਢੰਗ ਨਾਲ ਜਾਗ ਲੱਗੇ, ਫਿਰ ਉਹ ਜੰਮਦਾ, ਸਹੀ ਢੰਗ ਨਾਲ ਰਿੜਕਿਆ ਜਾਏ, ਫਿਰ ਉਹ ਮੱਖਣ ਨਿਕਲਦਾ। ਉਹਦੇ ਵੀ ਵਿਚਾਰ ਆ। ਜਿਵੇਂ ਉਹ ਪ੍ਰੇਮੀ ਸੀ, ਉਹ ਕਹਿੰਦਾ ਵੀ ਮੇਰੀ ਮਾਂ ਬਾਂਡੇ ਚਲ ਗਈ,
तो मैनू कह गई भी तू दही रिड़ के तो मक्खण कढ़ लें। कहते मैं हुण बड़ा जवान सगा, ज्यों जोर लगा मधानी घुमाउण, वो मक्खण का की निकलना सी, सारा वो भप्पा जिहा बन गया। चाटी भी लेगड़ी, मधानी भी, बाहर भी छुट्टे छुट्टे। तो गुआंढण कहता मेरी माता की सहेली सी, उन्होंने पूछा भी माता जी, तो मेरी माता का बिरद सी, वो बड़ा सोहना पेड़ा कढ़दी सी, मैं जवान सी, तो बड़ा अंबल ला के दही रिड़किया, मक्खण तो निकलिया ना, लस्सी रही ना दही रहा, ना मक्खण निकलिया, आला दुआला भी लिबड़ गया। वो कहती बेटा जोर दे नाल मक्खण नहीं निकलदा, जुगती हुंदी है, तरीका हुंदा। मैं हुण लिया थोड़ा ठंडा पानी पा इहदे च, ते पशु का भी देखना पैंदा, तसीर का, उन्होंने फिर वो जी चीज़ देनी पैंदी है, फिर वो सही रहिंदा। फिर वो ठंडा पानी पाया, तो फिर कहते हौली हौली रिड़क, जोर का काम नहीं है। इस तरह जोर अजमाई ना परमात्मा में नहीं मिलता। हर का बलोब ना बलोब हो मेरे भाई, सहज बलोब हो जैसे तत ना जाई। क्योंकि जोर ना कोई भी चीज़ नहीं मिलती। जप जी सब की पौड़ी है, आखण जोर चुपै ना जोर, जोर ना जीवन मरना जोर, मरना जीना भी जोर ना नहीं, चुप रहना बोलना जोर ना, मंगण देण ना जोर, मंगण दा देण दा भी जोर नहीं, जोर ना जुगती ना संसार तो छुटकारा भी है नहीं, किरपा दे नाल है, बख्शिश दे नाल। इस तरह कोई महात्मा सी, उन्हें बड़ा भजन किया, भजन करता रहा। एक दिन अपराम हो गया भी मैं तो अपना सारा जोर ला थकिया, कि हुण रब ने नहीं मिलना। कई बारी बंदा नास्तिक हो जाता, लाओ इन्ना चिर हो गया गुरु घर जाते ही, संतां को जाते सी, बाणी पढ़ते सी, कुछ भी नहीं बनया, मन भी वो जिहा ही है, वो भी अपराम हो गया। एक महापुरुष ने पूछा की गल बड़ा उदास, कहता आ गल। वो कहते गल तो मैं भी दस सकदा, पर जे सही गल पुछनी ना तो फलाना महापुरुष उहदे कोल जा। वो फिर उत्थे चले गया, जाके दसिया। वो कहन लगे घबराउंदा क्यों, तैं पिछले जन्म च 99 कतल कीते सी, 98 का पाप माफ हो गया, एक रह गया, हुण तो तू बहुत नेड़े आ, हुण क्यों घबराई जाना, तगड़ा हो कर भजन कीता। जिले वो पाप बख्शिया गया, सुरती खुल गई, तो वो फिर अगमी अवस्था चले गया। इस तरह कई बारी हुंदा। धन धन बाबा करम सिंह साहब कोई सूबेदार आ गया कि महाराज मैनू महाराज दर्शन करा दिओ। वो कहते भी दर्शन को लोचा सब कोई, पूरे भाग प्राप्त होई, कमाई करनी पैनी, मेहनत करनी पैनी है। कहते दसो, कहते फिर इत्थे रह 40 दिन, तैनू मूल मंत्र का चलीसा करावांगे। कहते महाराज हुण 2 महीने छुट्टी होनी है, मैं अपने घरे चल जाना, साढ़े नेड़े उत्थे नहर भी हैगी है, उत्थे एकांत बह के कर लूँगा। कहते भी देख ला तेरी मर्जी है। कहते भी देख ला। वो छुट्टी आ गया, जिमें विधि दसी सी, 1 बजे 12:30 बजे उठना, केसी स्नान करना, वस्त्र बदलने, गोके के दी जोत होवे, समगरी का धूप होवे, कुंभ नारियल, तो इस तरह कड़ाह प्रशाद रोज़ करके भोग लवा के विधि मर्यादा सारी समझाती भी इयों 33 माला करनी, जाप करना, लग पिया करन। तो मन च होवे भी महाराज दर्शन तो दिंदे नहीं, संतां ने कहा।
रोज़ इहो जी भावना भी बन जाए। तो एक दिन फिर बड़ा भारी फनियर नाग आ गया, वो फराटे मारे, ज्यों छड्ड के दौड़ा अंदर कुंडा ला के वड़ गया। फिर चली सगन करना है, बस 40 दिन पूरे हो गए, छुट्टी पूरी हो गई। तो फिर गया ही ना महाराज को, सुनिया भेजा भी सूबेदार जी आए नहीं। फिर चंगा दर्शन किया भी हुण तो मिलन गिल तो भी गया आया। फिर ज़्यादा ही उच्चे ब्रह्म ज्ञान चल गया। जो सेवादार भेजा, कहते लो जी संत झूठ बोलते हैं, कहते ही दर्शन होगा। दर्शन तो की होना सी, उत्थे तो सो फनियर नाग आ गया। वो जिले महाराज उन्होंने दस्या, वो कहते भी लियाओ बुला के। फिर लियाए, पहले तो आवे ना, फिर लियाए। कहते भी दर्शन देन तो आया सी, तू भज गया भी उहदे च रब नहीं। क्योंकि सारिਆਂ ਵਿੱਚ जोत उस निरंकार दी है। की पता हुण रब ने तेरी परख वास्ते किहड़े रूप च आउणा। ते जे तू बैठा रहिंदा हाँ जी, तो फिर महाराज किरपा कर दे। क्योंकि सब घट राम बोला है, रामा बोला है, राम बिना को बोला रे। तो धन धन बाबा अतर सिंह जी महाराज हरिद्वार तो उपर चले गए। उत्थे गए तो उत्थे चश्मा सी। वो कहते महाराज इत्थे शेर पानी पीण आउंदा, तुसीं इत्थे ना रहो। कहते कोई गल नहीं। संत चले गए, कहते जे शेर खा लूगा चलो ਉਹਦੀ भुख मिट जाऊगी, आपां नूं की है। संत चौंकड़ा ला के बैठे भजन करते रहे। शेर आया, पानी पी के पूछ हिला के चले गया। क्योंकि जदों दृष्टि आत्मक दृष्टि बन जाती है तो सारिਆਂ ਵਿੱਚ रब की जोत देखण लग पैंदा। उन्हां दा मनोबल इन्ना मजबूत हो जाता कि जिहड़े विरोधी भाव वाले जानवर आ वो भी दीन हो जाते, विरोध छड्ड दिंदे। भरतपुर रियासत में उन्हें एक महापुरख होया, उनका नाम सी सीताराम। बरागी साधु से जंगल च रहिंदे सी, बड़ी कमाई सी। उन्हें उत्थे कुंड बनाए हुए सी, उच दुध पांदे सी। बकरी ते शेर एक कुंड विच दुध पींदे सी। ते मतलब उन्हां दी बंदगी दा प्रताप, शेर अपने अंदरों ये भाव त्याग दिंदा सी। नहीं बकरी तो उहदी खुराक है, चूमे शेर छड्डदा, पर उन्हां दी बंदगी दे प्रभाव दे नाल शेर जिहड़ा सी उहदे विच भी ऐसा भाव पैदा हो जाता सी उस मंडल दे विच। वो बाहर किते जांदे ने तो जदों हठ साहब महापुरुषां ने नींह रखी, उदों उन्हां संतां नूं सुल्तानपुर लिआए सी, सीताराम जी नूं, बाबा करतार सिंह जी। उमें ना जाते किते, महापुरख प्यार नाल उन्होंने लिआया। ऐसे महापुरख कमाई वाले, उत्थे सप ते न्योला, शेर, गां, बघियाड़, बकरी, वो अपना बैर त्याग के बह जाते। और रैबे नाम की एक लड़की सी, वो मक्के दे हज नूं तुर पई। जिले हज नूं गई, एक जगह कुत्ती सूई हुई सी, कतूरे प्यासे से। हुण पानी की किल्लत है, अज तो समा बहुत बदल गया। पहलियां गल्लां रेगिस्तान, खूह देखिया, वो बीबी ने ना वो कुत्ती दे कतूरे प्यासे से। आम जिहड़े यात्रु हुंदे सी, कमंडल रखना, डोर रखनी जल वरतन लई, जां डोर बांधनी कपड़े सुकने पाउण वास्ते। वो फिर ना पानी पिलाया, जिहले पानी पिलाया तो उधर अब्राहिम गया काबे,
ਤੇ ਕਾਬਾ ਹੈ ਨਾ, ਕਹਿੰਦੇ ਅੱਜ ਕਾਬਾ, ਕਹਿੰਦੇ ਉਹ ਰੈਬਾਂ ਦਾ ਹਜ ਕਰਨ ਗਿਆ। ਰੈਬਾਂ ਦਾ ਹਜ ਕਰਨ ਗਿਆ। ਜਿਲੇ ਉਹ ਗਏ ਉੱਥੇ, ਵੀ ਕਮਾਲ ਦੀ ਗੱਲ ਹੈ, ਉੱਥੇ ਸਾਰੇ ਜਾਨਵਰ ਬੈਰ ਭਾਵ ਤੇ ਆ ਕੇ ਬੈਠੇ। ਜਿਲੇ ਉਹ ਗਏ ਸਭ ਦੌੜ ਗਏ। ਉਹ ਫਿਰ ਕਹਿੰਦੇ ਵੀ ਮਾਤਾ ਜੀ, ਵੀ ਜਦੋਂ ਮੈਂ ਵਿਰੋਧੀ ਜਾਨਵਰ ਇੱਕ ਬੈਰ ਭਾਵ ਤੇ ਆ ਕੇ ਕਿਸੇ ਦੇ ਮਨ 'ਚ ਇੱਕ ਦੂਜੇ ਪ੍ਰਤੀ ਹੈ ਨਾ ਬੈਠੇ ਸੀ, ਜਿਲੇ ਮੈਂ ਆਇਆ ਉਹ ਸਾਰੇ ਦੌੜ ਗਏ। ਕਹਿੰਦੇ ਰਾਤ ਤੁਸੀਂ ਕੀ ਖਾਧਾ ਸੀ? ਕਹਿੰਦੇ ਮੀਟ ਖਾਧਾ ਸੀ। ਕਹਿੰਦੇ ਤਾਂ ਹੀ ਭੱਜ ਗਏ ਨਾ, ਅਤੇ ਮੈਂ ਮੀਟ ਖਾਂਦੀ ਨਹੀਂ, ਬੰਦ ਕੀ ਕਰਦੀ। ਉੱਥੇ ਕਿਹਾ ਸਿਰ ਕੀ ਸ਼ੋਭ ਉਤਾਰ ਕੇ ਚੀਨਿਓ ਆਤਮ ਰਾਮ, 60 ਕੋਸ ਮੱਕਾ ਮਿਲਿਓ ਦੇਖੋ ਦਇਆ ਕੇ ਕਾਮ। ਦਇਆ ਦੇ ਕੰਮ। ਇਸ ਵਾਸਤੇ ਜਦੋਂ ਫਿਰ ਆਪਣੇ ਮੂੰਹ ਦੇ ਸਵਾਦ ਵਾਸਤੇ ਜਾਨਵਰਾਂ ਨੂੰ ਜ਼ਬ੍ਹਾ ਕਰਦਾ, ਅਤੇ ਉਹ ਜਿਹੜੇ ਜਾਨਵਰ ਆ ਉਸ ਬੰਦੇ ਦੇ ਪੁੰਨ ਉਹਨਾਂ ਨੂੰ ਲੱਗ ਜਾਂਦੇ ਆ, ਅਤੇ ਜਿਹੜੇ ਉਹਨਾਂ ਦੇ ਪਾਪ ਆ ਉਹ ਬੰਦੇ ਨੂੰ ਲੱਗ ਜਾਂਦੇ ਆ। ਦਮਦਮਾ ਸਾਹਿਬ ਤੋਂ ਉੱਪਰ ਇੱਕ ਜਗ੍ਹਾ, ਉਹਦਾ ਨਾਮ ਵੀ ਕੀਰਤਪੁਰ ਆ। ਉੱਥੇ ਇੱਕ ਉਸ ਇਲਾਕੇ 'ਚ ਬਹੁਤ ਵੱਡਾ ਸ਼ਿਕਾਰੀ ਸੀ, ਅਤੇ ਸੰਤ ਬਾਬਾ ਕਿਰਪਾਲ ਸਿੰਘ ਜੀ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੇ ਸੇਵਕ ਸੀ, ਬੜੇ ਮਹਾਂਪੁਰਖ ਸੀਗੇ। ਉਸ ਇਲਾਕੇ 'ਚ ਉਹਨੇ ਅੰਮ੍ਰਿਤ ਛਕਾਇਆ, ਬੇਅੰਤ ਸੰਗਤਾਂ ਨੂੰ ਮਹਾਰਾਜ ਨਾਲ ਜੋੜਿਆ। ਉਹ ਸ਼ਿਕਾਰੀ ਆ ਗਿਆ। ਸੰਤ ਕਹਿੰਦੇ ਕਿੱਥੋਂ ਆਇਆ? ਕਹਿੰਦੇ ਜੀ ਸ਼ਿਕਾਰ ਖੇਲ ਕੇ ਆਇਆ। ਸੰਤ ਕਹਿੰਦੇ ਵੀ ਤੂੰ ਹੁਣ ਆਪਣੇ ਮਨ ਦਾ ਸ਼ਿਕਾਰ ਕਰਨ, ਜਾਨਵਰਾਂ ਦਾ ਕਿਉਂ ਕਰਦਾ? ਆਹ ਜਿਹੜੇ 5 ਕਾਮ ਕ੍ਰੋਧ ਆ, ਇਹਨਾਂ ਦਾ ਸ਼ਿਕਾਰ ਕਰ, ਜੇ ਕਰਨਾ ਤਾਂ ਭੈੜੀਆਂ ਬਾਸ਼ਨਾ, ਭੈੜੀਆਂ ਆਦਤਾਂ ਦਾ। ਕਹਿੰਦਾ ਮਹਾਰਾਜ ਮੈਂ ਤਾਂ ਹੁਣ ਵੀ ਮੀਟ ਬਣਾ ਕੇ ਰੱਖ ਕੇ ਆਇਆ ਛਕਣਾ ਜਾ ਕੇ। ਕਹਿੰਦੇ ਦੇਖ ਲਾ। ਉਹ ਫਿਰ ਸ਼ਿਕਾਰ ਖੇਲਣ ਗਿਆ। ਉਸ ਨੇ ਬੜਾ ਸ਼ਿਕਾਰੀ ਸੀ, ਨਿਸ਼ਾਨਾ ਬੜਾ ਪੱਕਾ ਸੀ, 300 ਰੌਂਦ ਚਲਾਇਆ। ਉਹਨਾਂ ਦਾ ਨਾ ਜੰਗਲ ਸੀ, ਹਰਨ ਰੋਜ਼ ਆਮ ਹੁੰਦੇ ਸੀ, ਸਾਰੇ ਨਿਸਫਲ ਗਏ। ਉਹ ਬੜਾ ਹੈਰਾਨ, ਕਮਾਲ ਦੀ ਗੱਲ ਹੋਈ। ਹਾਂਜੀ, ਉਹ ਜਿਲੇ ਘਰੇ ਆਇਆ, ਉਹ ਮੀਟ ਦਾ ਕੁਝ ਹੋਰ ਹੀ ਬਣਿਆ, ਕੀੜੇ ਪਏ, ਉਹ ਬਦਬੂ ਆਵੇ। ਸੰਤ ਇਸ਼ਨਾਨ ਕਰਦੇ ਸੀ, ਆ ਗਿਆ। ਕਹਿੰਦੇ ਖਾਂ ਆ, ਸ਼ਿਕਾਰ ਖੇਲਿਆ? ਕਹਿੰਦੇ ਮਹਾਰਾਜ ਨਾ ਹੁਣ ਖਾਣ ਜੋਗਾ ਰਿਹਾ, ਨਾ ਸ਼ਿਕਾਰ ਖੇਲਣ ਜੋਗਾ। ਕਿ ਮੇਰਾ ਨਿਸ਼ਾਨਾ ਕਦੀ ਵਿਅਰਥ ਨਾ ਗਿਆ। ਪਹਿਲੀ ਵਾਰੀ 300 ਰੌਂਦ ਸਭ ਨਿਸਫਲ ਗਾ। ਮੈਨੂੰ ਅੰਮ੍ਰਿਤ ਛਕਾਓ। ਉਹ ਕਹਿੰਦੇ ਹੁਣ ਕਾਹਲਾ ਨਾ ਪੈ, ਜੋੜੇ ਜਾੜ ਭਾਂਡੇ ਮਾਂਜ, ਭਾਂਡਾ ਬਣਾਉਣਾ ਪਊਗਾ। ਖੈਰ ਫਿਰ ਸਮਾਂ ਆਇਆ ਅਤੇ ਅੰਮ੍ਰਿਤ ਛਕਾਇਆ। ਇੱਕ ਦਿਨ ਸੁੱਤਾ, ਐਸਾ ਹੋਇਆ ਬਹੁਤ ਜਾਨਵਰ ਆ ਗਏ, ਇਹਨੂੰ ਖਾਓ, ਇਹ ਸਾਨੂੰ ਖਾਂਦਾ ਰਿਹਾ। ਹੁਣ ਫਿਰ ਸੰਤਾਂ ਨੂੰ ਯਾਦ ਕਰਿਆ, ਜਿਵੇਂ ਸੁਪਨੇ 'ਚ ਆਉਂਦਾ, ਜੁਦੀਆਂ ਵੱਖਰੀਆਂ ਵੱਖਰੀਆਂ ਜੂਨਾਂ ਦੇ। ਕਹਿੰਦੇ ਮਹਾਰਾਜ ਹੁਣ ਤਾਂ ਮੈਂ ਤੁਹਾਡਾ ਹੁਕਮ ਮੰਨ ਕੇ ਸਾਰਾ ਛੱਡਤਾ, ਅੰਮ੍ਰਿਤ ਛਕ ਲਿਆ। ਸੰਤਾਂ ਨੇ ਫਿਰ ਦਿਖਾਲੀ ਦਿੱਤੀ। ਕਹਿੰਦੇ ਜਾਓ ਵੀ ਹੁਣ ਇਹਦਾ ਹਿਸਾਬ ਕਿਤਾਬ ਨਿਬੇੜ ਦਿੱਤਾ। ਉਹ ਫਿਰ ਸੰਤਾਂ ਨੂੰ ਕਹਿੰਦਾ ਮਹਾਰਾਜ ਹੋ, ਕਹਿੰਦੇ ਹੁਣ ਗਾਹਾਂ ਨਾ ਕਰੀ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਅਤੇ ਜੇ ਇਹ ਆ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਾਏ ਕਹੇ ਸਭ ਉਤਰੇ, ਬੌਰ ਕਮਾਏ ਹੋਏ ਨਿਸ਼ੰਕ, ਜਾਂਪੁਰ ਬਾਂਧ ਖਰੇ ਕਾਲੰਕ। ਉੱਥੇ ਤੀਰਥ ਨਹਾ ਲਿਆ, ਵੀ ਉਤਰ ਗਏ, ਮੁੜ ਕੇ ਫੇਰ ਕਰ ਲੈ। ਇਹਦਾ ਨਾਵਣ ਚਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਭਾ, ਜਿਹੜੀ ਇਸ ਹੋਰ
बाहर धोती तूंबड़ी अंदर बेसन कोर, साध भले नहाते चोर से चोरां चोर। फिर तो दूना हो गया, बहुती दुनिया तो इवें ही है ना। पर महाराज कहते तीर्थ नहावन जाओ, तीर्थ नाम है, तीर्थ शब्द विचार अंतर ज्ञान है। फिर जे नाम नहीं, सेवा नहीं, सिमर नहीं, करीतियाँ ऐ भैड़ियाँ आदतां नहीं छड्डियां, फिर महाराज कहते जल के मजन जेगा धोवै नित नित मेंढक नहावै। फिर तो डडू रहिंदे, मच्छियां बिच्चे रहनियां। वो तो फिर डडू वाला इशनान होया ना। फिर कहते महाराज फिर मैं बचन तुहाडे मन लै, फिर सप्प तो बड़ा रगलांदा जरीला जानवर है, ਇਹਦਾ ਕਿਵੇਂ, ਇਹਨੂੰ ਮਾਰਿਆ ਕਰਾਂਗਾ ਨਾ। ਕਹਿੰਦੇ ਜਦ ਸਾਰਿਆਂ 'ਚ ਬ੍ਰਾਹਮਣ ਫੇਰ ਕੀ ਲੋੜ ਆ। ਕਹਿੰਦੇ ਮਹਾਰਾਜ ਡਰ ਲੱਗਦਾ। ਕਹਿੰਦੇ ਭਾਵੇਂ ਤੂੰ ਚੁੱਕ ਲਿਆ ਕਰੀ, ਤੈਨੂੰ ਕੁਝ ਵੀ ਨਹੀਂ ਕਹੂਗਾ, ਉੱਥੇ ਫਿਰਦੇ ਰਹਿਣੇ। ਬਚਨ ਕਰਤਾ ਮਹਾਂਪੁਰਖ ਬਚਨ। ਉਹ ਇੱਕ ਵਾਰੀ ਮਲਤਾਨ ਚਲਾ ਗਿਆ, ਉੱਥੇ ਚਲੇ ਗਿਆ, ਇੱਕ ਬਹੁਤ ਅਮੀਰ ਬੰਦਾ ਆ ਗਿਆ, ਸ਼ਾਹੂਕਾਰ। ਘਰੇ महाराज चरण पाओ। महांपुर गए, अलमारी खोली, सारी हीरे जवाहरातां नाल भरी हुई। कहते महाराज देखो परमात्मा ने किन्नी माया किन्ना विभूति दिती, पर मेरी कुड़ी 3 साल तो घर बैठी है, इहदे घर वाला इहनूं ले जांदा नहीं, किरपा करो। अच्छा महांपुरुष ही मौज ही है, जिवें समुंदर विच कई वारी छल आउंदी ना, सूते सीधे हीरे जवाहर बाहर सुट जाता। कई बार चुभियाँ लाओ फिर नहीं मिलते, कोई मर जीवड़े भी खाली आ जाते, मर जीवड़े जाते ना, वो समुंदर की सतह थल्लों चुक के लिया। कई बार खाली आ जाते, नहीं सफलता मिलती, कई बार जान भी गवा लेंदे, कई बार फिर समुंदर कुदरती जवार भाटा आउंदा बाहर सुट जाता, कईयां नहीं झोलियां भर जाता। तो महांपुरखों की भी मौज होंदी है, धक्के जां डांग नाल तो कोई चीज़ मिलती नहीं ना, ये तो उन्होंने प्रसन्न करके रिझा के फिर मिलती है। तो कई बंदे आउणगे, वो बचन अपना हुंदा संतां दी जुबान ते रख के कहाउणा चाहुंदे भी ऐं कह दिओ बाबा जी, इउं नहीं हुंदा। ਉਹਦਾ खुशी ना कोई बचन करन फिर हुंदा। बस वो बैठे सी, बेनती करदा रहा, महांपुरख दी मौज आ गई। हैं कहते 1 साल होया 1 बजे आ जाऊ, 2 साल होए 2 बजे, 3 साल 3 बजे। वो 3 साल होए सी कुड़ी नूं घर बैठे, जिले घड़ी दे 3 बजे उत्थे आ गया। देख लो महांपुरखां दे बचन, कमाल दी गल आ। ना देखिया ना सुनिया ना जाने ना बुझे। हाँ जी कित्थे सीगा। कहते जी 1 साल होया 1 बजे, 2 साल होया 2 बजे, 3 साल होए 3 बजे। जिले 3 बजे पूरे अपने उत्थे आ गया। देखो उन्होंने बचन की ताकत। उतों बैठिया ही ऐसी कुंडी लाती, जेड़े समर्थ संत करपाल सिंह उन्होंने नाम से महांपुरख, बड़े महांपुरख। इस तरह जेड़े संत लोग होंदे आ कमाई वाले, उन्हां दीयां गल्लां जड़ियां बड़ियां अलौकिक होंदियां। ऐसी किरपा कर। वो संत के बैठे मस्ताने लाहौर दे विच अगे नटनियां होंदियां सी, पुराणियां ने तो देखा हो, 2 पोल होंदे, रस्सा बनिया हुंदा सी, उहदे उत्ते उन्हें नाच करना ते थल्ले ढोल ते डगा मरी जाना, नट नटनियां। उन्हें कहना ठीक है, वो थले कहने नहीं मैं ना मानू। कई बार रस्सा टुट गया, अगले धौन भज के कहते तेरा मैं ना मानू नहीं मुक्या, मेरा मन का टुट गया। इस तरह सियासी बंदियां दा हुंदा, कई बारी वो ज्यों झूठा हट करते मैं ना मानू, परजे नूं सूली टंगदे। सो इस वास्ते वो बीबी ना उदों डिग पई, जी कहती खुदा मर गई। वो संत देख लो कित्थे बैठे, उन्हें ऐं करदा बैठे हाथ, कहते ले बच गई। कित्थे लाहौर, कित्थे वो बैठे हैं। जो उन्होंने खुदा का वास्ता खुदा मैं मर गई। संतां दी देख लो दृष्टि कितनी खुली होंदी है।
ਜਿਵੇਂ ਹੱਥ 'ਤੇ ਪਿਆ ਔਲਾ ਨਜ਼ਰ ਆਉਂਦਾ ਨਾ, 14 ਲੋਕਾਂ ਜਿੱਥੇ ਕੋਈ ਗੱਲ ਹੁੰਦੀ ਸਭ ਉਹਨਾਂ ਨੂੰ ਮੋਹਰੇ ਦੇ ਦੀ ਬ੍ਰਹਿਮੰਡਾਂ 'ਚ, ਕਿਉਂਕਿ ਉਹਨਾਂ ਦੀ ਆਤਮਾ ਪਰਮਾਤਮਾ 'ਚ ਮਿਲ ਗਈ। ਉਹਨਾਂ ਨੂੰ ਇੰਨੀ ਦਿਵ ਦ੍ਰਿਸ਼ਟੀ, ਇੰਨੀ ਸੁਰਤੀ ਉਹਨਾਂ ਦੀ ਖੁੱਲ੍ਹ ਜਾਂਦੀ। ਉੱਥੋਂ ਉਹ ਹੱਥ ਕਰਤੇ, ਕਹਿੰਦਾ ਲੈ ਬਚ ਗਈ, ਮੱਤ ਉੱਥੋਂ ਬੋਝ ਚਲਿਆ, ਕਿਉਂ ਰੱਬ ਦਾ ਵਾਸਤਾ ਪਾਇਆ। ਉਹਨਾਂ ਨੂੰ ਦਇਆ ਆ ਗਈ, ਇਹਨੇ ਰੱਬ ਦਾ ਵਾਸਤਾ ਪਾਇਆ, ਪਰਮਾਤਮਾ ਦਾ ਵਾਸਤਾ ਪਾਇਆ, ਇਹਦੀ ਰੱਖਿਆ ਕਰਨੀ ਚਾਹੀਦੀ ਹੈ। ਮੌਜ 'ਚ ਬੈਠੇ ਹਾਂ, ਹੱਥ ਚੱਕਦੇ, ਕਹਿੰਦੇ ਲੈ ਬਚ ਗਈ। ਉਹ ਜਿਲੇ ਟਾਈਮ ਪੁੱਛਿਆ, ਬਿਲਕੁਲ ਐਗਜੈਕਟ ਉਹੋ ਹੀ ਸਹੀ ਟਾਈਮ 'ਤੇ ਇਹ ਲੀਲਾ ਉਸ ਵੇਲੇ ਵਰਤੀ ਆ। ਉਸ ਵੇਲੇ ਕੌਤਕ ਹੋਇਆ, ਕੌਤਕ ਹੋਇਆ। ਮਹਾਰਾਜ ਦਾ ਬਹੁਤ ਪ੍ਰਸੰਗ ਹੈ। ਬੇਅੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬੈਠੇ, ਸਰੋਵਰ ਦੀ ਸੇਵਾ ਕਰਾ ਰਹੇ ਦਮਦਮਾ ਸਾਹਿਬ। ਮਹਾਰਾਜ ਨੇ ਆਪ ਅੰਮ੍ਰਿਤ ਬਣਾ ਬਣਾ ਕੇ ਸਰੋਵਰ 'ਚ ਪਾਇਆ ਸੀ। 10ਵੇਂ ਪਾਤਸ਼ਾਹ ਸੇਵਾ ਕਰਾਉਂਦੇ। ਇੱਕ ਬੰਦਾ, ਉਹਨੂੰ ਜੱਜ ਨੇ ਅੱਜ ਫਾਂਸੀ ਸੁਣਾਉਣੀ ਸੀ। ਮਨ 'ਚ ਆਈ ਵੀ ਚਲੋ ਮਹਾਰਾਜ ਸਥਾਨ ਆ, ਮਹਾਂਪੁਰਖ ਨੂੰ ਬੇਨਤੀ ਕਰਦੇ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਬਾਬਾ ਅਤਰ ਸਿੰਘ, ਕਿ ਮਹਾਰਾਜ ਮੇਰੀ ਅੱਜ ਤਰੀਕ ਆ, ਫਾਂਸੀ ਦਾ ਹੁਕਮ ਹੋ ਜਾਣਾ, ਕਿਰਪਾ ਕਰ ਦਿਓ। ਸੰਤ ਕਹਿੰਦੇ ਫਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨਜੀਤ, ਨਾਨਕ ਗੁਰ ਤੇ ਥਿਤ ਪਈ, ਫਿਰਨ ਮਿਟੈ ਨਿਤ ਨੀਤ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗੇ ਕੇ ਨਾਨਕ ਗੂੜਾ ਰੰਗ। ਬਚਨ ਗਿਆ। ਕਹਿੰਦੇ ਮਹਾਰਾਜ ਦਾ ਸਰੋਵਰ ਦੀ ਸੇਵਾ ਚੱਲਦੀ ਹੈ, ਤੂੰ ਵੀ ਜਿੰਨਾ ਟਾਈਮ ਆ 5-7 ਟੋਕਰੇ ਬਾਹਰ ਸੁੱਟ ਜਾ ਕਾਰ ਦੇ। 7 ਵਜੇ ਜੀ ਸੁੱਟ ਗਿਆ, ਚਲੇ ਗਿਆ। ਜ਼ਿਲ੍ਹੇ ਜੱਜ ਦੇ ਪੇਸ਼ ਹੋਇਆ, ਜੱਜ ਸਾਹਿਬ ਦੇ। ਹੁਣ ਫਾਂਸੀ ਲਿਖਣੀ ਸੀ ਸੈਸ਼ਨ ਨੇ, ਕਿਉਂਕਿ ਫਾਂਸੀ ਜਾਂ ਬਰੀ ਸੈਸ਼ਨ ਜੱਜ ਕਰਦਾ, ਹਾਈ ਕੋਰਟ ਸੁਪਰੀਮ ਕੋਰਟ 'ਚ ਅਪੀਲ ਹੁੰਦੀ ਹੈ। ਇਹ ਸੈਸ਼ਨ ਦੇ ਹੱਥ ਆ, ਦੇਖ ਲਓ ਜੋ ਕਰਦਾ ਉਹ ਜੀ। ਉਹਨੇ ਹੁਣ ਲਿਖਿਆ ਫਾਂਸੀ, ਜਿਹੜੇ ਕਲਮ ਚੱਕੀ ਥੱਲੇ ਬਰੀ, ਫੇਰ ਤੂੰ ਵੀ ਲਿਖਿਆ ਫਾਂਸੀ, ਫੇਰ ਕਲਮ ਚੁੱਕੀ ਬਰੀ, ਫੇਰ ਲਿਖਿਆ ਫਾਂਸੀ, ਫੇਰ ਬਰੀ। ਉਹਨੇ ਅੱਖਾਂ ਚੱਕੀ, ਦੇਖਿਆ, ਕਹਿੰਦੇ ਕਿਹਨੂੰ ਮੰਨਦਾ, ਮੇਰਾ ਗੁਰੂ ਕੌਣ ਹੈ? ਕਹਿੰਦੇ ਮਹਾਰਾਜ ਗੁਰੂ ਤਾਂ ਇਸ ਤਰ੍ਹਾਂ ਹੀ ਆ। ਹੁਣ ਆਉਂਦਾ ਹੋਇਆ ਮਹਾਂਪੁਰਖਾਂ ਕੋਲ ਗਿਆ ਸੀ, ਉਹਨੇ ਹੁਕਮ ਕਰਤਾ, ਮੈਨੂੰ ਵੀ ਪਤਾ ਸੀ ਮੈਨੂੰ ਫਾਂਸੀ ਅੱਜ ਮਿਲਣੀ ਆ, ਹੁਕਮ ਦੀ ਤਰੀਕ ਸੀ। ਕਹਿੰਦੇ ਆ ਇੱਕ ਵੱਡੇ ਜਵਾਨ ਸੰਤ ਆ, ਖੜੇ ਆ, ਚਿੱਟੇ ਲੀੜੇ ਪਾਏ ਆ, ਜਿਹੜੇ ਫਾਂਸੀ ਲਿਆ ਤਾਂ ਉਹ ਕਲਮ ਮਰੋੜ ਕੇ ਬਰੀ ਪਾ ਦਿੰਦੇ ਆ, ਕਲਮ ਮਰੋੜ ਦਿੰਦੇ ਮੇਰੀ। ਕਹਿੰਦੇ ਉਹ ਕੌਣ ਸੰਤ ਆ? ਕਹਿੰਦੇ ਮਹਾਰਾਜ ਉਹ ਧੰਨ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਬਖਸ਼ੇ ਹੋਏ ਸੰਤ ਆ, ਬਖਸ਼ੇ ਹੋਏ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਸੁਗੰਧੀ ਅਤਰ ਵਾਂਗ ਸੰਸਾਰ 'ਤੇ ਫੈਲੀ ਹੋਈ ਹੈ। ਦੂਏ ਅਤਰ ਦੀ ਸੁਗੰਧੀ ਤਾਂ ਥੋੜ੍ਹੇ ਟਾਈਮ ਬਾਅਦ ਉੱਡ ਜਾਂਦੀ ਨਾ, ਇਹ ਸੁਗੰਧੀ ਸਦਾ ਹੀ ਰਹਿੰਦੀ ਹੈ, ਹਮੇਸ਼ਾ ਹੀ। ਕਹਿੰਦੇ ਜਾਂ ਕਾ ਕਹਿਆ ਦਰਗਾਹ ਚੱਲਿਆ, ਉਹਨਾਂ ਸੰਤਾਂ ਦਾ ਕਿਹਾ ਇੱਥੇ ਨਹੀਂ, ਦਰਗਾਹ ਤੱਕ ਪਹੁੰਚਦਾ। ਜੋ ਬਚਨ ਕਰ ਦਿੰਦੇ ਆ, ਪਰਮਾਤਮਾ ਵੀ ਉਹਨਾਂ ਦਾ ਬਚਨ, ਉਹਦਾ ਸਤਿਕਾਰ ਕਰਦਾ ਹੈ।
ਹੁਣ ਜਿਵੇਂ SDM ਆ, ਉਹਦਾ ਤਹਿਸੀਲ 'ਚ ਪ੍ਰਭਾਵ ਹੁੰਦਾ, DC ਜ਼ਿਲ੍ਹੇ 'ਚ MLA ਹੈ, ਮਿਨਿਸਟਰ ਆ, ਉੱਤੇ ਤੇ ਉੱਤੇ ਹੈ, ਆਪੋ ਆਪਣੇ ਦਾਇਰੇ 'ਚ। ਰਾਜੇ ਦਾ ਹੁਕਮ ਦੇਸ਼ 'ਚ ਆ, ਦੂਏ ਦੇਸ਼ 'ਚ ਨਹੀਂ। ਪਰ ਮਹਾਂਪੁਰਖਾਂ ਦਾ, ਉਹਨਾਂ ਦਾ ਬੋਲਿਆ ਨਾ, ਭਗਤਾਂ ਕਾ ਬੋਲਿਆ ਪ੍ਰਵਾਨ ਹੈ। ਜੋ ਬੋਲ ਦਿੰਦੇ ਉਹ ਪ੍ਰਵਾਨ ਹੋ ਜਾਂਦਾ। ਦਰਗਾਹ ਵਿੱਚ, ਦਰਗਾਹ ਚਲੇ ਜਾਂਦਾ, ਕਹਿੰਦਾ ਫਿਰ ਦਰਸ਼ਨ, ਕਹਿੰਦੇ ਮਹਾਰਾਜ ਭਾਵਨਾ ਕਰੋਗੇ ਦਰਸ਼ਨ ਵੀ ਹੋ ਜਾਣਗੇ। ਫਿਰ ਉਹ ਆ ਗਿਆ ਜੀ, ਕਹਿੰਦੇ ਮਹਾਰਾਜ ਬਰੀ ਤਾਂ ਹੋ ਗਿਆ, ਕਰਮ ਤਾਂ ਮੈਂ ਮਾੜੇ ਕੀਤੇ ਆ। ਹੁਣ ਅੱਗੇ ਜਮਰਾਜ ਦੇ, ਕਹਿੰਦੇ ਉਹ ਫਿਰ ਉੱਥੇ 5-7 ਟੋਕਰੀਆਂ ਸੁੱਟ ਦੇ। ਧਰਮ ਰਾਜ ਅਬ ਕਹਾਂ ਕਰੇ ਜੋ ਫਾਟਿਓ ਸਗਲੋ ਲੇਖਾ। ਇਸ ਵਾਸਤੇ ਮਹਾਂਪੁਰਖਾਂ ਦੇ ਜਿਹੜੇ ਬਚਨ, ਅਤੇ ਇਸ ਤਰ੍ਹਾਂ ਵੀ ਹੈ। ਇੱਕ ਸੰਤ ਹੁੰਦਾ ਸੀ ਮਸਤਾਨਾ, ਉਹ ਛੋਕਰੇ ਪਸ਼ੂ ਚਾਰਦੇ ਹੁੰਦੇ ਨੇ। ਸੰਤ ਜੀ ਕਰਾਮਾਤ ਦਿਖਾਓ। ਉਹ ਕਹਿੰਦੇ ਕਰਾਮਾਤਾਂ ਨਹੀਂ ਦੇਖੀ ਦੀਆਂ ਹੁੰਦੀਆਂ, ਮੌਜ ਲਓ, ਭਜਨ ਕਰਨ ਦਿਓ। ਨਹੀਂ, ਉਹ ਹੰਕਾਰ ਚੜ੍ਹਿਆ, ਹਟੇ ਨਾ ਜੀ, ਬਹੁਤ ਤੰਗ ਕਰਨ ਲੱਗ ਪਿਆ। ਕਹਿੰਦੇ ਚੰਗਾ ਫਿਰ ਜਿਲੇ ਹੋਏ, ਉਹਨਾਂ ਨੇ ਫਿਰ ਨਾ ਲਾਲ ਕੱਪੜੇ ਦੀ ਇੱਕ ਝੰਡੀ ਲੈ ਲਈ, ਲੈ ਕੇ ਤੇ ਇਉਂ ਲੱਗ ਪਿਆ ਘੁੰਮਣ। ਬਸ ਐਵੇਂ ਮਕਾਨ ਸਾਰੇ ਵਿਛਦੇ ਗਏ। ਫਿਰ ਤਾਂ ਜੀ ਪਈਆਂ ਪਿੰਡ ਨੂੰ ਭਾਜੜਾਂ, ਬਾਬਾ ਜੀ ਬਖਸ਼ ਲਓ। ਕਹਿੰਦਾ ਛੋਕਰੇ ਤੁਹਾਡੇ ਇੰਨੇ ਭੂਤਰੇ ਹੋਏ ਆ, ਇਹ ਕਰਾਮਾਤ ਮੰਗਦੇ ਸੀ। ਅਤੇ ਕਰਾਮਾਤ ਆਪਣੀ ਮੌਜ ਨਾ ਕਰਨ, ਫਿਰ ਬਖਸ਼ਿਸ਼ ਹੁੰਦੀ ਹੈ, ਮਿਹਰ ਹੁੰਦੀ ਹੈ। ਧੱਕੇ ਨਾ ਕਰੀਏ, ਉਹ ਕਹਿਰ ਬਣ ਜਾਂਦੀ ਹੈ। ਇਸ ਤਰ੍ਹਾਂ ਸਾਡੇ ਨੇੜੇ ਨੇੜੇ ਨਾ ਇੱਕ ਸੰਤ ਹੋਇਆ ਮਹਾਂਪੁਰਖ, ਮੁਸਲਮਾਨ ਫਕੀਰ ਸੀ, ਸਾਈਂ ਖਾਕੀ ਸ਼ਾਹ, ਬੜੇ ਮਹਾਂਪੁਰਖ ਸੀਗੇ, ਪਹਿਲਾਂ ਕਿਤੇ ਹੋਇਆ। ਅਤੇ ਮਹਾਰਾਜ ਉਹਨਾਂ ਦਾ ਹੁਕਮ ਸੀ ਵੀ ਇੱਥੇ ਕੋਈ ਸੇਵਾਦਾਰ ਰਹੇ ਨਾ, ਉਹਦਾ ਰੋਟੀ ਪਾਣੀ ਬੰਦ ਨਹੀਂ ਕਰਨਾ। ਇਹ ਸੰਤ ਬੜੇ ਏਕਤਾ ਵਾਲੇ ਹੋਏ। ਉੱਥੇ ਕਿਤੇ ਫੌਜ ਆ ਗਈ, ਪਹਿਲਾਂ ਤੋਂ ਸਰਦਾਰ ਸੀ, ਉਹਨੇ ਫੜ ਲਿਆ ਸੰਤ ਨੂੰ, ਬਗਾਰ ਚਲਾ ਲਿਆ। ਉਹ ਬਗਾਰ ਜਿਲੇ ਲਾਇਆ, ਤੂੰ ਪੰਡ ਜਿਹੜੀ ਸਿਰ 'ਤੇ ਉੱਤੇ ਜਾਏ। ਫਿਰ ਉਹ ਚੱਲਣ ਡਿਆ ਪਿਆ, ਕਹਿੰਦੇ ਬਾਬਾ ਹੁਣ ਜਾਣ ਨਹੀਂ ਦੇਣਾ, ਇੱਥੇ ਰਹੋ ਸਾਡੀ ਜ਼ਮੀਨ 'ਚ। ਉਹ ਫਿਰ ਉੱਥੇ ਰਹੇ। ਉੱਥੇ ਕਿਤੇ ਫੌਜ ਆ ਗਈ, ਫੌਜ ਜਿਲੇ ਆਈ, ਦੇਖੋ ਜਿਲੇ ਕਿਸੇ ਦਾ ਕਰਮ ਜਾਗਦਾ ਪਤਾ ਨਹੀਂ ਲੱਗਦਾ। ਪੂਰਵ ਕਰਮ ਅੰਕਰ ਜਾ ਪ੍ਰਗਟਿਓ ਤੋ ਭੇਟਿਓ ਪੁਰਖ ਰਸਕ ਬੈਰਾਗੀ, ਪਤਾ ਨਹੀਂ ਲੱਗਦਾ ਕਦੋਂ ਜਾਗ ਪੈਣਾ ਕਰਮ, ਕਦੋਂ ਕਰਮ ਨੇ ਹਾਰ ਦੇ ਦੇਣੀ ਆ, ਕਦੋਂ ਕਰਮ ਨੇ ਕੋਈ ਬਰਕਤ ਦੇ ਦੇਣੀ ਆ, ਇਹ ਨਹੀਂ ਪਤਾ ਲੱਗਦਾ। ਸੋ ਇਸ ਵਾਸਤੇ ਉਹ ਕੈਪਟਨ ਸੀ ਫੌਜ, ਉਹ ਜੀ ਉੱਥੇ ਆ ਗਿਆ। ਉੱਥੇ ਆ ਗਿਆ ਨਾ, ਇਹ ਸੰਤਾਂ ਕੋਲ ਬਹਿ ਗਿਆ। ਸੰਤ ਕਹਿੰਦੇ ਆ ਧੂਣੇ ਲਈ ਲੱਕੜਾਂ ਲਿਆ ਉੱਥੇ। ਉਹ ਹੁਣ ਜਿਲੇ ਗਿਆ ਨਾ, ਉੱਪਰਲੇ ਵੱਡੇ ਅਫਸਰ ਕੈਪਟਨ ਕਿੱਥੇ? ਕਹਿੰਦੇ ਉੱਥੇ ਗਿਆ ਸੰਤ ਕੋ, ਉਹ ਬੈਠਾ, ਉਹ ਸਾਰਿਆਂ ਨੂੰ ਦਿਸੇ ਬੈਠਾ। ਉਹ ਕਹਿੰਦੇ ਮਹਾਰਾਜ ਹੁਣ ਮੇਰੀ ਜਾਨ ਛਡਾਓ, ਮੈਂ ਤਾਂ ਬੰਦ ਕਰਕੇ ਅੱਗਾ ਸਵਾਰਨਾ। ਸੰਤ ਕਹਿੰਦੇ ਦੇਖ ਲਵੇ, ਹਲੂਣੀ ਸਿਲ ਹੁੰਦੀ ਹੈ ਫਕੀਰੀ ਜਿਹੜੀ ਹੈ। ਫਕੀਰਾ ਫਕੀਰੀ ਦੂਰ ਆ, ਜਿੰਨੀ ਲੰਮੀ ਖਜੂਰ ਆ, ਚੜ੍ਹ ਜਾਂਦੇ ਪੀਵੇ ਪ੍ਰੇਮ ਰਸ, ਡਿੱਗ ਪੈਂਦੇ ਚਕਨਾ ਜੂਰ ਆ, ਦੇਖ ਲਾ। ਫਿਰ ਕਹਿੰਦੇ ਨਹੀਂ ਜੀ। ਉਹ ਫਿਰ ਜਿਲੇ ਐਸਾ ਹੋਇਆ ਨਾ, ਸੰਤ ਫਿਰ ਆਪਣੇ ਕਹਿੰਦੇ ਬੈਠਾ ਰਿਹਾ। ਉਹ ਦੂਰੋਂ ਦੇਖਣ ਬੈਠਾ, ਜਿਲੇ ਉੱਥੇ ਹੁਣ ਤਾਂ ਨਜ਼ਰ ਨਾ ਆਵੇ। ਉਹ ਫਿਰ ਆਰ ਉਰ ਕੇ ਚੱਲ ਗਿਆ। ਜਿਲੇ ਚਲ ਗਿਆ, ਸੰਤਾਂ ਨੇ ਕਿਰਪਾ ਕਰਤੀ। ਸੰਤ ਫਿਰ ਕਿਰਪਾ ਜਿਲੇ ਕਰਤੀ, ਕਹਿੰਦੇ ਜਾ ਉੱਥੇ ਫਲਾਨਾ ਪਿੰਡ ਆ, ਮੋਨਾ ਪਿੰਡ ਆ, ਉੱਥੇ ਚੱਲ ਜਾ। ਉੱਥੇ ਚਲ ਗਿਆ। ਅੱਗੇ ਚਰਾਂਦਾ ਆਮ ਹੁੰਦੀਆਂ ਸੀ, ਛੋਕਰਿਆਂ ਨੇ ਪਸ਼ੂ ਪਸ਼ੂ ਚਾਰਨੇ, ਹਾਂਜੀ। ਅਤੇ ਉੱਥੇ ਉਹ ਸਾਰੇ ਮੁਸਲਮਾਨਾਂ ਪਿੰਡ ਸੀ, ਉਹ ਛੋਕਰੇ ਭੂਤਰੇ ਹੋਏ ਆ ਗਏ। ਬੜਾ ਤੰਗ ਕਰਨਾ ਉਹ ਨਹੀਂ ਭਜਨ ਕਰਨਾ। ਹੁਣ ਜਦੋਂ ਰੋਜ਼ ਇਹ ਕੌਣ, ਫਿਰ ਬੜੇ ਔਖੇ ਹੋਏ ਪੈਂਦਾ, ਬੜਾ ਦੁਖੀ ਕੀਤਾ, ਭਜਨ ਨਹੀਂ ਕਰਨ ਦਿੰਦੇ। ਉਹ ਜੀ ਫਿਰ ਹੁਣ ਆ ਫੋਨਾਂ ਵਾਲੇ ਵੀ ਭਜਨ ਨਹੀਂ ਨਾ ਕਰਨ ਦਿੰਦੇ,
किन्ने मुल्क वे सुनाने हैं तो सुनते नहीं। हुण मैं आं भी एडी दूरों, तुसीं सुनते नहीं, की फायदा होया? फोन बंद रखा करो। वो जी फिर जिले ऐसा होया ना, वो फिर आ गया संतां को, साईं जी दे कोल, भी महाराज मैनूं तो तुसीं भेजता, बहुत तंग करते हैं, बहुत शरारतां करते, आके बहन नहीं देंदे। संत कहते अच्छा जदों आउण ना कुंडे विच तूं सरदाई का समान पा लेना, तो एक मंत्र दसता शब्द, भी वो सरदाई रगड़ी जानी तो मंत्र पढ़ी जाना। वो हुण जिले आए कहते जिमें घोटना घूमूगा इवें घूमी जाणगे। वो फिर जिले लगे तंग करन, उन्हें सरदाई पा घोटना फेरना शुरू करता, बस वो ऐं घूमी जान सारे। वो मझां गाइयां दूर निकल गई, गए ही ना, कहते जिन्ना चू फेरीगा इवें फिरनगे। उन्हीं कि मझां गाइयां किधर गई, वो अवारा हो गई। हुण आलम ही आने किसी की फसल उजड़ती, भी आए ही नहीं, मुड़े नहीं किधर गए, उत्थे गए तो बस एवें घूमी जान। हाँ जी, वो कहते की होया हैं, वो देखन फिर जो आके चरनी डिपा, वो कहते मैं तो कुछ नहीं, साईं साहब को जाओ, मेरे जोड़े गुरु मुरशद है उन्होंने को जाओ। वो कहते मुड़ के तो नहीं कि संत नूं टीचर करोगे, मुड़ के मजाक तो नहीं करोगे, कन्न फड़ाते हुए। इस तरह आ भी फिर बख्शिश भी मेहर भी हुंदी है, तो जे फिर धक्का तौड़ा करे फिर कहर भी हुंदा। इस वास्ते जिहड़ा ये महापुरखों के बड़े बड़े अलौकिक जिहड़े कौतक हुंदे, फकीर लोग जिहड़े हैगे, साईं लोग, महात्मा लोग जिहड़े मौज दे मालक हुंदे। इस तरह उत्थे एक तनूली पिंड आ, वो माई सी तेज कौर, वो बाबा ईश्वर बताले वालियां को आ गई, महाराज किरपा करो, पुत्र की दात बच्चे की, कहते जाओ महाराज मेहर करेगा। फिर टांडे उत्थे संत बूटा शाह सी, उत्थे चल गई, मन ही ना टिकता एक जगह, वो उत्थे चल गई महाराज बच्चे की, वो भी कहते जा। फिर महाराज हुण हरख वालियां को आ गई। हाँ जी, वो कहते भी हुण दोनों जिहड़े संत आ काले नाग आ, भी दोहां दा वचन व्यर्थ नहीं जाना। उन्होंने जी फिर जोड़े जमे, भैन ते भरा, भैन भरा जमे जोड़े, कहते वो महापुरख दोनों पूरे आ। हाँ जी, वो जिले गुरु घरां हुक्म कढ़िया तो महाराज भी जानी जान। पहला वचन दिता ही बाबा ईश्वर सिंह ने, तो हुक्म मैं ईड़ी अखर ते आया, वह नाम रखा ईश्वर कौर, ईश्वर कौर। दूआ बूटे ने वचन दिता ही, दूजा बब्बे ते निकलिया हुक्मनामा, वह नाम बूटा सिंह रखा। फिर इत्थे सेवा करते रहे, अमरीका चल गए, हुण तो बेचारे गुजर गए भैन भरा। बचन जड़े आ कमाई वाले ना, वो बचन जड़ा कर देंगे, भगत मुखे दे बोलते से बचन हवंदे, प्रगट पहारा जापदा सब लोग सुनते, सारे लोग। सो इस वास्ते इत्थे मोगे की गल है, एक फकीर आ गया, वो बड़ी दुकान जी, बहुत साल हो गए, मैं उदों संतां को पढ़दा सी। वो किते आया तो आके कहंदा मैनू 1.5 मीटर कपड़ा चाहिए। वो कहंदे भी तेरे पे की दुकान है? कहंदे हाँ पे दी है। सारिਆਂ ਦਾ पे परमात्मा, ये सारा वो दे रहा। वो तो जी लैके दौड़ा वो मगर, कहंदे चंगा तेरी मर्जी। वो जेड़े थानू हथ पवे ना, एवं भुर भुर के डिगी जाए, फिर लजे फिर कितों ले जाना सी। सारे जेड़े थानू पाए ना जी, जिमें वो कागज रद्दी होंदा एवं पाटी जांदा आपे ही, उवें हुण लजे लजे ना 1 मीटर तो सारी गुआ ली। इस वास्ते क्योंकि महाराज कहते हैं 10 वस्तु ले पाछै पावै, एक वस्त कारण बखोट गवावै।
एक भी ना दे। हैं जी, और 10 भी हर ले, 10 भी हेर ले तो मूड़ा कोह कान करे। 10 वस्तु ले पाछे पावे। वो तो 10 दिंदा, ये उन्होंने एक नहीं दिंदा। कहते जो 10 खोले फिर की करेगा? फिर 10 खोलवे फिर की करेगा? इस वास्ते कि ये भी बड़ा औखा कई बार हो जाता। इस तरह बाबा निधान सिंह जी महाराज किते चले गए बाहर च, उत्थे कोई परिवार सी, अगे हुंदे ही बुढ़ियां दे विच मतलब घर का एक जिम्मेवार हुंदा सी, बाकी तूं भी काम करया कर। संत चले गए बाबा निधान सिंह, कहते भी प्रेमिया असीं सचखंड हजूर साहब तो आए हैं, कोई सेवा लंगर वास्ते। ਉਹਦਾ ਭਰਾ ਇੱਕ ਸ਼ਹੀਦ ਹੋ ਗਿਆ ਸੀ, ਉਹਨੂੰ ਅੰਗਰੇਜ਼ੀ ਸਰਕਾਰ ਨੇ 2 ਮਰਬੇ ਜ਼ਮੀਨ ਦਿੱਤੇ ਸੀ। ਉਹਦੀ ਇੱਕ ਕੁੜੀ ਸੀ, ਉਦੋਂ ਕੁੜੀਆਂ ਦਾ ਹੱਕ ਹੁੰਦਾ ਨਾ ਸੀ। ਪਿਆ ਨਹਿਰੂ ਇਹ ਕੰਮ ਕਰ ਗਿਆ, ਕਿਉਂਕਿ ਉਹਦੀ ਕੁੜੀ ਸੀ, ਮੁੰਡਾ ਹੈ ਨਾ ਸੀ। ਆਪਣੀ ਕੁੜੀ ਪਿੱਛੇ ਸਾਰੇ ਭੈਣਾਂ ਭਰਾਵਾਂ ਦੇ ਰਿਸ਼ਤੇ ਤੋੜ ਗਿਆ। ਉਹ ਜੀ ਕੀ ਹੋਇਆ, उन्हीं के भगता सेवा वो ना करिए, कहते 5 ही दे दे ते असीं आए खाली ना मोड़। उत्थे भी कहते जेड़े तैनूं देने कुड़ी नूं ना देवांगे। वो बाद च की होया जी, पाकिस्तान बन गया, मुकदमा चल पिया। 45 साल सुप्रीम कोर्ट तक केस चले, पता नहीं किन्ने क पंजे लग गए। फिर पता नहीं किन्ने क साधां दे वोट लैनी पई ते 5 नहीं देते। वो माया दे भुखे थोड़े सी, गल तां मौका। वो कहंदे भगता 5 ही दे दे, खाली ना मोड़। 10 पाशे घरों आए, पर वो मत्था साथ ना देवे ना बंदा। तो नहीं तो देख लो ब्याह शादियाँ होर कई पासे किन्ने लाखां रुपए खर्च लैंदा। धर्म वाले पासे कई बारी बड़ा सूम बन जाता है। सो इस वास्ते महापुरखों के होंदे इत्थे आ गए। फगवाड़े के नेड़े पिंड आ, खुरमपुर आ पिंड का नाम। उत्थे एक मुसलमान फकीर भी होए, बड़े महापुरख से। उन्हों का नाम सी खुदाइया शाह। वो फिर बाबा निधान सिंह दे बहुत आनंद प्रेमी सी, बहुत ज़्यादा। फिर कहते मैंने हुण खुदाइया ना खुदा सिंह क्या करो, बहुत शरधा सी। तो महापुरख आए तो उदों कलर बहुत पिया हुंदा सी, तां धरतियां आबाद हो गई ना। तो जिले वो जा रहे सी, डबरी सी पई, एक जानवर निकलिया, ਉਹਦੇ ਐਂ ਕੰਡੇ ਕੰਡੇ ਹੁੰਦੇ ਉੱਤੇ ਪਿੱਠ 'ਤੇ, ਉਹਨੂੰ ਕੰਡਿਆਲਾ ਜਾਨਵਰ ਕਹਿੰਦੇ ਆ। ਐਂ ਕੰਡੇ ਹੁੰਦੇ ਸੂਲਾਂ ਨੂੰ। ਉਹ ਨਿਕਲ ਗਏ ਨਾ ਖੁੱਡ 'ਚੋਂ, ਬਾਬਾ ਜੀ ਵੱਲ ਦੌੜਾ ਹੀ ਆ ਰਿਹਾ। ਜਿਲੇ ਆਇਆ ਤੇ ਮਹਾਂਪੁਰਖ ਜਾਣੀ ਜਾਣ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਅਗਲਾ ਪਿਛਲਾ ਸਾਰੇ। ਤੇ ਉਹਨੇ ਕਿਹਾ ਹੁਣ ਨਹੀਂ ਬਖਸ਼ਣਾ, ਹੁਣ ਨਹੀਂ ਬਖਸ਼ਣਾ, ਹੁਣ ਨਹੀਂ ਬਖਸ਼ਣਾ। जिले 3 वारी कहा, जिमें कोई बंदा आउंदा मैनू कोई खैर पवे ना मिले, शर्मिंदा जा हो जाता ना, वो जिमें शर्मिंदा जा होकर मुड़ के खुड च वड़ गया। नाल प्रेमी सीगे, कहंदी कमाल दी गल ये की होया। जिहड़े हुण महापुरखां रहिंदे उन्हां नूं पता हुंदा भी कौतुक इहो जिहे हुंदे रहिंदे आ। कहंदे महाराज भी ये की होया भी वो जानवर बड़ी तेज़ रफ्तार नाल तुहाडे वल नूं आया। तुसीं 3 वारी कहा हुण नहीं बख्शना, हुण नहीं बख्शना, हुण नहीं बख्शना। ये की कौतुक, वो मुड़ गया पिछे नूं, खुड च वड़ गया। वो कहंदे ऐसे ही सी वैसे ही, क्योंकि महापुरख जिहड़े रमज मारदे राज नहीं ना दिंदे, वो जिहड़े ज़्यादा ही प्रेमी खड़े पै गए। कहंदे पिछले जाने ये जिमीदार सी, असीं गुरद्वारे नींह पत्थर रखण गए, इन विच आके टंग अड़ाती सी तो सातों बचन निकल गया भी असीं तो गुरु घर बनाउणा सी, संगतां ने मत्थे टेकणे ही, लंगर चलने ही, कथा कीर्तन होने सी, तेरे कंडे वाले मूँह कंडे काले चुभी जाते हैं। वो जिहड़ा कहंदे बचन निकल गया ना,
ਉਹਦੇ ਕਰਕੇ ਇਹਨੂੰ ਇਹ ਜੂਨ ਮਿਲੀ ਆ। ਕਹਿੰਦੇ ਹੋਰ ਕਿੱਡਾ ਪਾਪ ਹੁੰਦਾ ਬਖਸ਼ ਦੇਣਾ ਸੀ। ਇਹਨ ਮਹਾਰਾਜ ਦਾ ਘਰ ਬਣਨ ਤੋਂ ਰੋਕਿਆ ਅਤੇ ਤਾਂ ਇਹ ਕੁਛ ਹੋਇਆ। ਹੋਰ ਕਹਿੰਦੇ ਪਾਪ ਹੁੰਦਾ ਬਖਸ਼ ਦੇਣਾ ਸੀ ਹੈਂ। ਇਹ ਸੰਗਤਾਂ ਦਾ ਸਥਾਨ ਰੁਕ। ਸੋ ਮਤਲਬ ਇਸ ਤਰ੍ਹਾਂ ਜਿਹੜੇ ਮਹਾਂਪੁਰਖਾਂ ਦੇ ਬੜੇ ਕੌਤਕ ਹੁੰਦੇ। ਅਤੇ ਬਾਬਾ ਵੀਰ ਸਿੰਘ ਬੜਾ ਲੰਗਰ ਚੱਲੇ। 700 ਮਣ ਆਟਾ, 280 ਮਣ ਦਾਲ, 7 ਮਣ ਲੂਣ ਨਿਰੰਗਾ ਵਾ। ਮਹਾਰਾਜ ਰਣਜੀਤ ਸਿੰਘ ਫੌਜ ਸਮੇਤ ਆ ਜਾਣ, ਕਦੀ ਇਹ ਨਹੀਂ ਕਿਹਾ ਵੀ ਹੋਰ ਬਣਾਓ। ਅਤੇ ਹੁਕਮ ਸੀ ਬਾਬਾ ਸਾਹਿਬ ਬੇਦੀ ਦਾ, ਕਾਣੇ ਤੋਂ ਕਾਣੀ ਕੌਡੀ ਨਹੀਂ ਲੈਣੀ। ਇਹ ਲੰਗਰ ਨੂੰ ਗੁਰੂ ਨਾਨਕ ਦਾ, ਗੁਰੂ ਦੀ ਸੰਗਤ ਦਾ ਰੱਖਣਾ। ਨਹੀਂ ਲੋਕ ਕਹਿਣਗੇ ਵੀ ਰਾਜਸੀ ਮਾਇਆ ਨਾਲ ਚੱਲਦਾ। ਅਤੇ ਮਹਾਰਾਜ ਨੇ ਪਟਾ ਵੀ ਭੇਟ ਕਰਨਾ ਪਿਆ। ਕਹਿੰਦੇ ਨਹੀਂ, ਕਹਿੰਦੇ ਮਹਾਰਾਜ ਐਡਾ ਦਾਨੀ ਅਤੇ ਸਿਆਣਾ ਬਹੁਤ ਸੀ ਮਹਾਰਾਜ ਰਣਜੀਤ ਸਿੰਘ। ਕਹਿੰਦੇ ਮੇਰਾ ਦਾਨ ਤੁੱਛ ਆ ਅਤੇ ਬਾਬਾ ਜੀ ਦਾ ਤਿਆਗ ਮਹਾਨ ਆ। ਉੱਥੇ ਜੀ ਇੱਕ ਸਾਧ ਆ ਗਿਆ। ਉਹਨੇ ਕੀ ਕੀਤਾ, ਜਟਾਂ ਵਾਲਾ ਸੁਆਹ ਸੁੰਬਲੀ ਹੋਈ ਪਿੰਡੇ ਨੂੰ, ਅਤੇ ਬਾਬਾ ਜੀ ਕਿਰਿਆ ਕਰਨ ਚੱਲ ਗਿਆ। ਉਹ ਆ ਕੇ ਬਾਬਾ ਜੀ ਦੇ ਪਲੰਘ 'ਤੇ ਬਹਿ ਗਿਆ ਚੌਂਕੜਾ ਮਾਰ ਕੇ। ਜਿਹੜੇ ਬੈਠ ਗਿਆ ਅਤੇ ਬਾਬਾ ਜੀ ਨੇ ਆ ਕੇ ਮੱਥਾ ਟੇਕਿਆ। ਮਹਾਂਪੁਰਖੋ ਬੜੀ ਕਿਰਪਾ ਕੀਤੀ, ਸਾਡੇ ਆਸਣ ਨੂੰ ਤੁਸੀਂ ਭਾਗ ਲਾਏ, ਪਵਿੱਤਰ ਕਰ ਦਿੱਤਾ। ਕਹਿੰਦੇ ਮੈਂ ਹਾਏ ਦੇਖਣ ਆਇਆ ਸੀ ਵੀ ਤੁਹਾਡੇ 'ਚ ਖੇਮਾ ਬਿਰਤੀ ਕਿੰਨੀ ਆ। ਜਿਹੜੇ ਚੱਲਿਆ ਕਹਿੰਦੇ ਆ ਲੈ 5 ਰੁਪਈਏ ਸਰਦਾਈ ਪੀ ਲਈ। ਸੰਤ ਜੀ ਭਜਨ ਕਰਦਿਆਂ ਖੁਸ਼ਕੀ ਹੋ ਜਾਂਦੀ ਹੁੰਦੀ ਹੈ। ਉਹਨੇ ਇਹ ਵੀ ਫੁਰਨਾ ਧਾਰਿਆ ਵੀ ਜੇ ਸੰਤ ਅੰਤਰ ਜਾਏ ਮੈਨੂੰ 5 ਰੁਪਏ ਦੇਣ। ਮਹਾਂਪੁਰਖਾਂ ਦੇ ਉੱਥੇ ਜੀ ਆ ਗਿਆ, ਜਿਹੜੇ ਅਖਾੜੇ ਵਾਲੇ ਹੁੰਦੇ ਨਾ, ਅਦਾਸੀਆਂ ਦਾ ਅਖਾੜਾ ਹਾਥੀ ਰੱਖਦੇ। ਹੁਣ ਤਾਂ ਰਿਵਾਜ਼ ਘੱਟ ਗਏ, ਅੱਗੇ ਆਮ ਪਿੰਡਾਂ 'ਚ ਘੁੰਮਦੇ ਹੁੰਦੇ ਸੀ ਅਤੇ ਨਾਲ ਪ੍ਰਚਾਰ ਕਰਨਾ ਘੁੰਮਣਾ। ਜਿਵੇਂ ਹੁਣ ਨਿਹੰਗਾਂ ਦੇ ਦਾਲ ਆ, ਇਉਂ ਸਾਧੂਆਂ ਦਾ ਵੀ ਹੁੰਦੇ ਸੀ। ਉਹਨੂੰ ਰਮਤ ਕਹਿੰਦੇ ਹੁੰਦੇ ਸੀ। ਉਹ ਆ ਗਿਆ, ਫਿਰ ਰਮਦੇ ਰਹਿਣਾ, ਘੁੰਮਦੇ ਰਹਿਣਾ। ਉਹ ਨਹੀਂ ਕਿਹਾ ਵੀ ਸੰਤ ਦਾ ਲੰਗਰ ਬੜਾ ਚੱਲਦਾ। ਉਹ ਨਹੀਂ ਆਪਣੇ ਲਈ ਵੀ ਰਾਸਤਾਂ, ਘੋੜਿਆਂ ਲਈ ਵੀ ਰਾਸਤਾਂ, ਊਠਾਂ ਲਈ, ਬੈਲਾਂ ਲਈ ਪੱਠਾ ਨਾਰਾ, ਹਾਂਜੀ ਚਾਰਾ ਚੂਰਾ, ਜੋ ਕਿ ਮਤਲਬ ਦੇਖਣਾ ਕਿੰਨਾ ਕੁ ਲੰਗਰ ਚੱਲਦਾ। ਅਤੇ ਜੇ ਆਪ ਰਸਤ ਲਵਾਂਗੇ ਖੁੱਲ੍ਹਾ ਮਿਲੂਗਾ। ਕਈਆਂ ਦਾ ਵਿਵੇਕ ਇਹ ਹੁੰਦਾ ਨਾ ਵੀ ਬਣੀਓ ਖਾਵੇਂ ਤਾਂ ਰੁੱਖੀ ਮੀਸੀ ਹੋਊ, ਰਸਤ ਲਵਾਂਗੇ ਚੰਗਾ ਚੋਖਾ ਖਾਵਾਂਗੇ। ਆਪ ਵਿਵੇਕ ਹੁੰਦਾ ਬਹੁਤਿਆਂ ਦਾ, ਹਾਂਜੀ। ਉਹ ਜਿਹੜੇ ਹੋਇਆ ਨਾ ਜੀ, ਉਹ ਫਿਰ ਜਿਉਂ ਲੱਗੇ ਇਮਤਿਹਾਨ ਲੈਣ। ਅਤੇ ਫਿਰ ਸੰਗਤ ਕਹਿੰਦੇ ਮਹਾਰਾਜ ਵੀ ਚਲੋ ਹੈ ਤਾਂ ਕੋਈ ਗੱਲ ਨਹੀਂ, ਗੁਰੂ ਨਾਨਕ ਘਰ ਆ, ਕਮੀ ਤਾਂ ਕੋਈ ਹੈ ਨਹੀਂ, ਪਰ ਇਸ ਤਰ੍ਹਾਂ ਵੀ ਅੰਤ ਲੈਣਾ ਗੁਰੂ ਘਰ ਦਾ ਠੀਕ ਨਹੀਂ ਹੈ। ਇਹ ਤਾਂ ਹੁਣ ਅੰਤ ਹੀ ਲੈਣ ਲੱਗ ਪਿਆ। ਅਤੇ ਬਾਬਾ ਜੀ ਕਹਿੰਦੇ ਕੋਈ ਨਹੀਂ। ਉਹਨੇ ਫਿਰ ਸੀਤ ਬੁਖਾਰ ਨੂੰ ਚੇਤੇ ਕਰ ਲਿਆ, ਜਿਹੜਾ ਠੰਡ ਲੱਗ ਕੇ ਪਾਲੇ ਨਾਲ ਚੜ੍ਹਦਾ ਨਾ, ਉਹ ਬੁਖਾਰ। ਉਹ ਜੀ ਫਿਰ ਜਿਉਂ ਇਹਨਾਂ ਨੂੰ ਚਿੰਬੜਿਆ, ਪਾਲਾ ਲੱਗੇ, ਬੁਖਾਰ ਚੜ੍ਹਿਆ। ਹੁਣ ਖਾਣਾ ਪੀਣਾ ਕੀ ਸੀ, ਐਨ ਗੰਢੇ ਦੀ ਭੂ ਕਰਕੇ ਪੀਲੇ ਹੋ ਗਏ। ਫਿਰ ਲੱਗੇ ਮਾਫੀਆਂ ਮੰਗਣ ਵੀ ਬਾਬਾ ਇਹ ਤਾਂ ਅੰਤ ਲੈਂਦੇ ਸੀ। ਕਹਿੰਦੇ ਵੀ ਗੁਰੂ ਨਾਨਕ ਦੇ ਘਰ ਦਾ ਅੰਤ ਤਾਂ ਨਹੀਂ ਆਉਂਦਾ ਹੁੰਦਾ, ਪਰ ਇਮਤਿਹਾਨ ਨਹੀਂ ਲਈਦਾ ਹੁੰਦਾ। ਵੀ ਜੇ ਗੁਰੂ ਘਰ ਤੁਹਾਨੂੰ ਬਰਕਤਾਂ ਦਿੰਦਾ ਵੀ ਤੁਸੀਂ ਤਾਂ ਹੁਣ ਪ੍ਰੀਖਿਆ ਹੀ ਕਰਨ ਲੱਗ ਪਏ। ਅਤੇ ਮਹਾਰਾਜ ਨੇ ਫੇਰ ਭੇਜ ਦਿੱਤਾ। ਸੋ ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ਾਂ ਦੇ ਕੌਤਕ ਆ, ਉਹ ਬੜੇ ਅਸਚਰਜ ਹੁੰਦੇ ਆ। ਅਤੇ ਜਿਸ ਵੇਲੇ ਇੱਕ ਆ ਪਿੰਡ ਆ ਜੀ ਲੁਧਿਆਣੇ 'ਚ, ਉਹ ਪਿੰਡ ਦਾ ਨਾਂ ਹੈ ਜਲਾਜਨ। ਉੱਥੇ ਉਹ ਸੂਬੇਦਾਰ ਸੀ ਅਤੇ ਉਹ ਬਚਾ ਨਹੀਂ। ਕਹਿੰਦੇ ਬਾਬਾ ਕਰਮ ਸਿੰਘ ਸਾਹਿਬ ਦੇ ਉੱਥੇ ਜਾਓ, ਬੇਨਤੀ ਕਰੋ। ਉਹ ਕਹਿੰਦੇ ਜੀ ਬਾਟ ਬੜੀ ਦੂਰ ਆ, ਕਿੱਥੇ ਜਾਣਾ। ਫਿਰ ਕਹਿੰਦੇ ਚਲੋ ਐਂ ਕਰੋ, ਚਿੱਠੀ ਪਾ ਦਈਏ ਸੰਤਾਂ ਨੂੰ ਵੀ ਮਹਾਰਾਜ ਸਾਡੇ ਬੱਚਾ ਹੈ ਨਹੀਂ, ਕਿਰਪਾ ਕਰ ਦਿਓ। ਹਾਂਜੀ, ਹਾਲ ਸਲਾਹ ਕਰਕੇ ਪੇ ਕਾਟ ਹੀ ਆ 2 ਪੈਸਿਆਂ ਦਾ, ਕਾਟ ਪਾ ਤਾ। ਜਿਹੜੇ ਉਹ ਪੜ੍ਹਿਆ ਸੰਤਾਂ ਦੇ ਸੇਵਾਦਾਰ ਨੇ ਵੀ ਮਹਾਰਾਜ ਕਾਟ ਆਇਆ ਲੁਧਿਆਣੇ ਜ਼ਿਲ੍ਹਿਓਂ। ਅਤੇ ਉਹਨੇ ਕਿਹਾ ਮਹਾਰਾਜ ਕਿਰਪਾ ਕਰੋ, ਪੁੱਤਰ ਦੀ ਦਾਤ ਮਿਲ ਜਾਏ। ਸੰਤ ਬੜਾ ਹੱਸੇ, ਕਹਿੰਦੇ ਕਮਾਲ ਦੀ ਗੱਲ ਹੈ ਵੀ ਲੋਕ ਤਾਂ ਹੁਣ ਵੀ ਕਿਹੜਾ ਕਿਰਾਇਆ ਲਾਉਂਦੇ ਫਿਰ ਐਡੀ ਦੂਰ ਜਾਏ, ਵੀ ਹੁਣ ਚਿੱਠੀਆਂ ਨੇ ਪੁੱਤ ਮੰਗਣ ਲੱਗ ਪਿਆ।
फिर वो मौज कहन लगे चलो लिख दो फिर महाराज आउंदे साल मेहर कर देणगे। ये काहनूं आस तोड़नी है भी गुरु नानक घर दा आसरा ले लिया, हुण काहनूं आस तोड़नी। वो जी कार्ड पाता भी आउंदे साल तुहाडे पुत्तर हो जाऊगा, आउंदे साल जी पुत्तर हो गया। वो फिर लोग कहंदे हुण तां कोई शर्म करो भी हुण तां मत्था टेकाउण जाओ उत्थे। हाँ जी। फिर वो गए जी। अच्छा वो मुंडे दियां भैणां सी 4, सारे टब्बर चल गया। वो कहंदे महाराज इस तरह असीं काट पाया सी, तुसीं उत्तर भेजता तो बचनगी दे साल पिछों महाराज ने मेहर करती, असीं हुण मत्था टेकाउण आए हैं, असीं काट पाउण वाले हैं। पर महाराज हुण बच्चा तो हो गया, भैणां सुख ना चारिया। वो न्याणा कल्ला कोई ਉਹਨੂੰ खिंचदी कोई ਉਹਨੂੰ खिंचदी है, फिर न्याणे दे तां बहुत बुरा हाल बनाया होया, मेरा वीर है मेरा वीर। फिर जे किरपा करो एक होर हो जाए तो फिर ये इन्हां कुड़ियां दा झगड़ा जिहा ना रहा करे। संत कहंदे किन्नियां भैणां? कहंदे 4 आ। कहंदे जाओ 3 होर हो जाणगे, आपो अपने खिलाई जाण, झगड़ा ही नवेड़ दिंदे आ। कहंदे आपो अपने खिडाई जाण। देखो महापुरखां दे किस तरह के कौतुक हैगे आ, बड़े अलौकिक कौतुक हुंदे आ। इस करके महाराज कहंदे संतन की महिमा कबन बखानो, अगाध बोध किश मित नहीं जानो। किश मित नहीं जानो, ऐसी उन्हां दी अगाध लीला हुंदी है। क्योंकि साध की महिमा वेद ना जाने, जेता सुने तेता बख्यान। वेदां दी भी सो इस वास्ते एक आर्या समाजी वो कहता चाहिए सी वेद की महिमा साध की जाने। फिर गुरु अर्जन साहब गलत लिख गए, कहते महाराज जो लिख गया सही है। वो संत देवा सिंह सी, बड़े महापुरख विद्वान सी। वो कहते चंगा तू वेद पढ़ के दस भी फलाने दिन की होगा। वो कहते ये तो नहीं दस सकते। कहते लै फिर असी संत तो नहीं बने पर गुरु नानक दे कुकरिया भी फलाने दिन इन्ने बज के इन्ने मिनट ते भुचाल आऊगा, इन्ने बंदे मर जाणगे, इन्ने दब हो जाणगे, इन्ने बचणगे। इस तरह होया। कहंदे दात हुण तेरा वेद वड्डा, ब्रह्मा वड्डा के जा सो पाया। कहंदे ब्रह्मा वड्डा जां जिन ब्रह्मे नूं पैदा कीता वो वड्डा कि ब्रह्मा आपे जम पिया। ब्रह्मे नूं जमाउण वाला भी कोई हैगा ना। ब्रह्मा वड्डा कि जा सो पाया, वेद वड्डा कि जहां ते आ। वेद वड्डा जां वेद नूं जिन बनाया। कहो कबीर हम भया उदास, तीरथ वड्डा कि हर का दास। भी हरी दे दास वड्डे आ। जिथे परमेश्वर के प्यारिਆਂ ने बह के भजन किया उत्थे तीर्थ बन गया, उत्थे स्थान बन गया, निशान चल गया, दीवान लगन लग पै, नाम की बरखा ज्ञान की बरखा होने लग पई। तीर्थ वड्डा कि हर का दास, कहंदे हरि दे दास वड्डे। ब्रह्मा वड्डा जां जिन ब्रह्मे नूं पैदा किया, वेद वड्डा कि जहां ते जिथों आया। कहो कबीर हम भया दास, तीर्थ वड्डा कि हर का दास। पे हरि दे दास जिहड़े आ वो वड्डे। ते धन धन बाबा करम सिंह महाराज उत्थे साधां दी मंडलियां चल गए। ये जिहड़े आम भगवें वाले ना, ये फिर जदों श्राद्धां दी मस्या हुंदी है ज़्यादा हरिद्वार जांदे, लंगर चलना, भंडारे, कथा कीर्तन। धन धन बाबा करम सिंह साहब नूं कहंदे महाराज हुण छुट्टी दिओ कि श्राद्धां दी मस्या, हम गंगा जाएंगे, गंगा मैया में स्नान करेंगे। संत कहने लगे कि संत जी ये देखो कितना सोहना बनया आ, लंगर पानी चल रहा है, कथा कीर्तन आनंद लो। एक तो तीर्थ होंदे जड़
एक हुंदे साधु जिहड़े जंगम तीर्थ आ, जड़ तो एक जगह ना, जंगम है फिर तुर के उपदेश दिंदे, ज्ञान की गंगा वगाउंदे, पर उन्हों का मन कित्थे खड़े उत्थे क लगे हो सी। जिले ना हटे कहते चलो फिर तुहानूं विदा कर आईए। संत विदा करना आ गए, हाथ 'च बरछी सी, संतां नूं बरछी ने इउं मारी धरती ते, 3 सूमे फुट के इउं 12 जिवें फुहारे का पानी वगन लग पिया। ते नाल बचन किया, जन कै चरण तीर्थ कोट गंगा, 800 तीर्थ जै साध भगत रै, ताहां बकुंठ जा नाम उचरै। कहते जिथे जन चरण रखदा ना, करोड़ां गंगा उत्थे निवास करदियां, करोड़ां 68 तीर्थ निवास करते हैं। बैकुंठ नगर जहाँ संत वासा, जिथे महापुरख कहते उही नगरी बकुंठ है, और आकाश थोड़ी टंगया जिथे चरण पाउंदे भजन करते। पर वो सारा कौतक देख लिया, मन हम गंगा माई जाएंगे। कहते जाओ फिर गंगा मैया को चल जाओ। तो रविदास साहब कहते महाराज अभीच का पुरब है, चलो गंगा चलीए। वो जिथे कुंडी हुंदी सी ना, सिल हुंदी सी जिते जुतियां गंढदे सी, वो जिले चक्की तो उत्थों गंगा फुट पई। तो उत्थे फिर कसीरा हुंदा, हाँ जी, अपना ढेलेरों भी छोटा, हुण तो चीज़ां है नहीं ना, पुराने जमाने हुंदे सी, उन्होंने कसीरा कहते सी, तांबे का बिल्कुल छोटा। तो रविदास ने तो प्या लो गंगा जिले जाओगे ना, गंगा हाथ कढ़ के मंगूगी तो देना, हाथ कढ़ के। इन्हों का होंदा उत्थे आटे का दीवा जिहा बना के जोत जगा के पत्तल रख के तार दी, जब फुल रास्ते डूना जिहा बना के इउं करदे ना पूजा जाके, जां पैसे सुट्टदे। कहंदे लो पर देना तो जे गंगा मैया हाथ कढ़ के लवे। वो लै गए, प्या रविदास साहब ने कसीरा भेजा, कढ़ कसीरा सौंपिया रविदासे गंगा की भेटा, निकली फिर हथ कर लिया। फिर हंकार टुट गया, फिर तो पहुँचे असीं तो जाति नफरत करी जाते। सो इस वास्ते जिहड़े रब दे प्यारे आ, उन्हां दीयां गल्लां बड़ियां अलौकिक है। तो इस तरह हुण कलयुग आ कि महापुरख हुण भी है कि लोग दुखी करते हो, फिर अपनी किरिया इस तरह की बना लेंदे, कोई समझे ही ना। बहुते तो एवें मस्ताने दाने होंदे, कई बारी भागां नाल दर्शन हो जाते। वो साडे उत्थे एक सिंह सीगा, उहदे मुंडे तो कोई ऐसा घटना हुई, केस तरीक सी कि अज हुक्म पता नहीं किस तरह का हो जाना। उत्थे एक मस्ताना आ गया, कहते महाराज सेवा। वो कहते चाह पिला दो, चाह ला। कहते एवें कल दौड़ी जाना, वो तो तू बरी हो गया। वो कश्मीरा का मुंडा सी, वो जे ले गया तो जज ने कहा बरी आ। वो हुण पता नहीं चाह पी के निकल गया। इस तरह कई बारी जिहड़े महापुरख आ मिल जाते आ, भागां दे नाल संत मिलते। असाम के जंगलों च एक माता हुंदी सी, पूर्ण ब्रह्म ज्ञानी, बधे सी, अवधूत बिरती रहिंदे सी। तो माइयां आईयां, कहंदे भी सूट लियाओ। वो नगन स्वरूप च रहिंदे सी, नगन फिरत रंगे कै शोभा पावे, पाठ परम बिरथया सागत उड़ावे। भगत जना का लूगरा उड नगन न होई, सागत सिर पौ रेशमी पहरत पत खोई। सागत से मुख जोरे अध बीचों टूटे, हर जन की सेवा जो करे इत ऊते छूटे। कहंदे माता जी अगे, कहंदे अज एक मर्द आ रहा संत हरखोल। वो संतां नूं जाणदी
ਦੁਨਿਆਵੀ ਤੌਰ 'ਤੇ ਸੰਤ ਉਹਨੂੰ ਨੇ, ਮਹਾਂਪੁਰਖਾਂ ਦੀਆਂ ਅੰਦਰੋਂ ਤਾਰਾਂ ਜੁੜੀਆਂ ਹੁੰਦੀਆਂ, ਬ੍ਰਹਮ ਗਿਆਨੀ ਦੀਆਂ। ਕਿੱਥੇ ਅਸਾਮ ਜੰਗਲਾਂ 'ਚ। ਕਹਿੰਦੇ ਅੱਜ ਇੱਕ ਮਰਦ ਆ ਰਿਹਾ, ਜਨਾਨੀਆਂ ਤੋਂ ਕਹਿੰਦੇ ਪਰਦਾ ਕਾਹਦਾ ਕਰਨਾ, ਜਨਾਨੀਆਂ ਤੋਂ ਪਰਦਾ ਕਹਿੰਦੇ ਕਾਹਦਾ ਕਰਨਾ ਮਾਤਾ ਜੀ। ਕਹਿੰਦੇ ਮਰਦ ਆ ਰਿਹਾ, ਮਰਦ। ਮਰਦ ਕੌਣ ਆ? ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗਦਾਰੇ, ਸੋ ਪੂਰਾ ਇਸ ਕਲੀ ਰੇ। ਬਾਕੀ ਤਾਂ ਇਸ ਜੱਗ ਮੈਂ ਇੱਕ ਪੁਰਖ ਔਰ ਸਗਲੀ ਨਾਰ ਸੋਈ, ਪੁਰਖ ਇੱਕ ਪਰਮਾਤਮਾ, ਜਾਂ ਜਿਹੜਾ ਭੇਦ ਹੋ ਗਿਆ। ਬਾਕੀ ਤਾਂ ਕਹਿੰਦੇ ਜਨਾਨੀਆਂ ਵਾਂਗੂ ਹੀ ਆ, ਜਨਾਨੀਆਂ ਵਾਂਗੂ ਹੀ ਆ। ਬਚਨ ਕਰਕੇ ਮਿੰਟ 'ਚ ਖਿਸਕ ਜਾਂਦੇ ਆ, ਟਿਕਦੇ ਨਹੀਂ। ਇਸ ਤਰ੍ਹਾਂ ਦੇ, ਇਸ ਤਰ੍ਹਾਂ ਅਸਾਮ ਉੱਥੇ ਮਹਾਂਪੁਰਖਾਂ ਨੂੰ ਭੇਤ ਹੁੰਦਾ। ਕਿੱਥੇ ਕਿੱਥੇ ਕਿਉਂ ਆਉਂਦੇ? ਪਰਮਾਤਮਾ ਦੇ ਘਰ 'ਚੋਂ ਡਿਊਟੀਆਂ ਲੱਗੀਆਂ ਹੁੰਦੀਆਂ, ਉਹਨਾਂ ਨੂੰ ਸਭ ਨੂੰ ਪਤਾ ਹੁੰਦਾ। ਉਹਨਾਂ ਦੀ ਵਾਇਰਲੈਸ ਚੱਲਦੀ, ਕਿੱਥੇ ਕਿੱਥੇ ਕਿਹੜਾ ਕਿੱਥੇ ਹੈ, ਡਿਊਟੀਆਂ ਲੱਗੀਆਂ ਹੁੰਦੀਆਂ। ਅਤੇ ਰਾਜਗਰੀ ਪਟਨੇ ਤੋਂ ਉੱਪਰ ਉਹ ਮਹਾਂਪੁਰਖ ਸੀਗੇ, 130-35 ਸਾਲ ਦੇ ਉਹ ਗੁਜ਼ਰੇ, ਬਰਾਗੀ ਸਾਧੂ। ਉੱਥੇ ਵੀ ਮਹਾਰਾਜ ਨੇ ਮਨੀਕਰਨ ਵਾਂਗੂ ਗਰਮ ਚਸ਼ਮੇ ਵਗਾਏ ਆ। ਉਹ ਸੰਤ ਉੱਥੇ ਚਲਾ ਗਿਆ। ਅਤੇ ਸੰਤ ਕਰਤਾਰ ਸਿੰਘ ਨਾਲ ਸੀਗੇ, ਟਟੇ ਟਿੱਬੀ ਜਿਲੇ ਗਏ। ਉਹ ਮਹਾਂਪੁਰ ਨੇੜੇ ਨਾ ਹੋਣ ਦਿੰਦੇ, ਆਮ ਲੋਕ ਭੈ ਖਾਂਦੇ ਸੀ। ਜਿਲੇ ਉੱਥੇ ਗਏ, ਉਹ ਆ ਗਿਆ। ਉਹਨੇ ਫਿਰ ਕਰਤਾਰ ਸਿੰਘ ਦਾ ਹੱਥ ਫੜ ਕੇ ਨਾ ਮਹਾਰਾਜ ਹਰਖ ਵਾਲਿਆਂ ਹੱਥ 'ਚ ਫੜਾਤਾ। ਅਤੇ ਕਰਤਾਰ ਨੂੰ ਮੁਖਾਤਮ ਕਰਕੇ, ਤੁਮ ਜਾਣਤੇ ਹੋ ਵੇ ਵੋ ਕੌਣ ਹੈ? ਹਿੰਦੀ 'ਚ ਬੋਲਦੇ ਸੀ। ਕਹਿੰਦੇ ਤੁਮ ਜਾਣਤੇ ਹੋ ਵੇ ਕੌਣ ਹੈ? ਹੁਣ ਉਹ ਕੀ ਦੱਸਣ? ਕਹਿੰਦੇ ਜੇ ਸ਼੍ਰੀ ਰਾਮ ਹੈ, ਹਮ ਇਨਕੇ ਸ਼ੇਸ਼ ਹਨੂਮਾਨ ਹੈ। ਉਹ ਮਹਾਂਪੁਰਖ ਬੋਲੇ, ਬਰਾਗੀ ਸਾਧੂ ਸੀਗੇ। ਕਹਿੰਦੇ ਜੇ ਸ਼੍ਰੀ ਰਾਮ ਹੈ, ਹਮ ਇਨਕੇ ਸ਼ੇਸ਼ ਹਨੂਮਾਨ ਹੈ। ਉਹਨੇ ਫੜਾ ਕੇ ਗੁੱਠ, ਤੁਮਨੇ ਇਸਕਾ ਬਾਜੂ ਨਹੀਂ ਛੋੜਨਾ। ਦੇਖੋ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ, ਕਹਿੰਦੇ ਤੁਮਨੇ ਇਨਕਾ ਬਾਜੂ ਨਹੀਂ ਛੋੜਨਾ। ਬਾਂਹ ਫੜਾਈ ਨਾ ਆਪ ਕਰਤਾਰ ਸੁਣੋ ਜੀ। ਅਤੇ ਮਹਾਰਾਜ ਨੂੰ ਕਹਿੰਦੇ ਤੁਮਨੇ ਇਨਕਾ ਬਾਜੂ ਨਹੀਂ ਛੋੜਨਾ। ਸੰਤ ਜਿਹੜੇ ਬਚਨ ਸੁਣਾਉਂਦੇ ਸੀ ਨਾ, ਰੋ ਪੈਂਦੇ ਸੀ ਬੁੱਭੀ ਬਾਬੇ ਕਰਤਾਰ ਸੁਣ। ਮਹਾਂਪੁਰਖਾਂ ਦੇ ਜਿਹੜੇ ਬਚਨ ਇਸ ਤਰ੍ਹਾਂ ਦੇ ਕਮਾਲ ਦੇ ਕੌਤਕ ਹੁੰਦੇ ਆ। ਬਚਨ ਐਸੇ ਮਹਾਂਪੁਰਖ ਦੇ ਹਲੋ ਸੰਸਾਰ ਦੇ ਉੱਤੇ ਕਿੱਥੇ ਕਿੱਥੇ ਉਹਨਾਂ ਦੀ ਸੇਵਾ ਲੱਗੀ ਹੁੰਦੀ ਹੈ, ਕਿੱਥੇ ਕਿੱਥੇ ਡਿਊਟੀਆਂ। ਬਾਬਾ ਬੀਰਮਦਾਸ ਹੋਇਆ, ਜਿੱਥੋਂ ਆਕਾਰ ਸੇਵਾ ਚੱਲੀ ਨਾ, ਬਾਬਾ ਗੁਰਮੁਖ ਸਿੰਘ ਸਾਧੂ ਸਿੰਘ 14 ਸਾਲ ਸੇਵਾ ਕੀਤੀ ਬਾਬਾ ਗੁਰਮੁਖ ਸਿੰਘ ਨੇ। ਬੜੀਆਂ ਪ੍ਰੀਖਿਆ ਲਈਆਂ। ਉਹ ਵੀ ਨਗਨ ਅਵਧੂਤ ਰਹਿੰਦੇ ਸੀ, ਨੇੜੇ ਨਾ ਹੁੰਦੇ, ਲੱਕੜਾਂ ਮਾਰਦੇ ਸੀ, ਗਾਲਾਂ ਕੱਢਦੇ ਸੀ, ਆਉਣ ਨਾ ਦਿੰਦੇ। ਅਤੇ ਮਹਾਰਾਜ ਹਰਖ ਗਏ। ਇਹ ਤਾਂ ਪਿਸ਼ਾਵਰ ਕਾਨਾ ਫਕੀਰ ਸੀ। ਹੁਣ ਬਲਦੀ ਧੂਣੇ ਲੱਕੜ ਮਾਰੀ, ਇੱਥੇ ਭੱਜੀ ਸੰਤਾਂ ਦੀ। ਉਹਨੇ ਜਾ ਕੇ ਜੱਫੀ ਪਾ ਲਈ। ਕਹਿੰਦੇ ਸਾਧਾ ਤੂੰ ਜਿਹੜੇ ਨਾ ਰੋਡ ਦੇ ਕਬੂਤਰ ਉਹਨਾਂ ਨੂੰ ਉਡਾਉਣ ਕੁੱਝਾਇਆ, ਠਠਿਆਰਾਂ ਦੇ ਨਹੀਂ ਉੱਡਦੇ। ਜਿਹੜੇ ਰੋਡ 'ਚ ਹੁੰਦੇ ਮਾੜਾ ਜਿਹਾ ਖੜਕਾ ਹੋਵੇ ਭੱਜ ਜਾਂਦੇ ਨਾ, ਜਿੱਥੇ ਠਠਿਆਰ ਉਹ ਠੱਕ ਠੱਕ ਹੁੰਦੀ, ਉਹ ਫਿਰ ਗਿੱਝ ਜਾਂਦੇ ਵੀ ਇੱਥੇ ਤਾਂ ਇਵੇਂ ਹੀ ਆ। ਕਹਿੰਦੇ ਅਸੀਂ ਵੀ ਚੰਡੇ ਹੋਏ। ਬਾਜੂ ਉੱਥੇ ਵਧੇ ਅਵਸਥਾ। ਉੱਧਰ ਬਾਬਾ ਆਇਆ ਸੀ, ਕਹਿੰਦੇ ਦੱਸਿਆ ਕਿ ਸੰਤ ਹਰ ਕੋਲ। ਉਹ ਫਿਰ ਚੱਲ ਪਿਆ। ਕਹਿੰਦੇ ਜਾਓ ਜਵਾਲਾ ਸਿੰਘ ਭਾਗ जाओ, तुम्हारे मुर्शद आ रहे हैं, हमारे से डाढ़े हैं। फिर महाराज कहने लगे, बाबा आया सिंह जी महाराज कहते तुसीं दुनिया का भला करना, मस्ताने बनो, किवें उपदेश दिओगे? सो इस वास्ते महापुर इस तरह बाबा बीरमदास जी महाराज को गए हर कोल, क्यों बाबा अतर सिंह महाराज को जाते ही रेरू साहब। वो बाबा आया सिंह जी महाराज के गुर भाई सी, बाबा करम सिंह दे छेज सगे, उन्होंने की कृपा करते ही। कहते नहीं, गोखे की तलाई ना प्रीति ने वजाए, हल वाह के लंगर चलाना, मीह जाए नेरी जाए झक्खड़ चुले कोई रुत होवे, वो बेरी का दरख्त उत्थे उन्हें अपना भजन करना ही करना। बाबा अतर सिंह जी महाराज रेरू साहब वाले ऐसे महापुरख, उत्थे जाना, उत्थे बाबा बीरमदास, क्योंकि हुक्म किया सी टुटे हुए फकीरां की संगत करनी।
जिन्हां दा मोह ममता टुटिया। जले गया बाबा पीरम दा मन च आई भी जिवें कान्हे ने कीती उवें ना कर। तो बाबा पीरम दा 1.5 मील बाहर आ गए, कहते ज्वाला सिंह आ जाओ, हम तो कहते तुम्हारे जैसे फकीरों को ढूंढते फिरते हैं। कहते हम तो उन्हों को भगाते हैं जो हमारे भजन में विघ्न पाते हैं। ऐं कड़ावे च ले लिया। वो बांस के गोले, बाण के गोले रखते होंगे सी। जे तो वो गोला इउं कट्ठा करते ना, संत अरख वालियां ने अधेड़ी जाना, उन्हीं कट्ठा करी जाना। देखो मां फिर कहना जाओ ज्वाला सिंह भजन करया करो, ऐसे फकीर। फिर माता जिउणी हुई है, वो सोडियां ही लड़की सी। जिले उन्हें भजन च बहना आवाज़ां पैणियां, हूँ देखना कोई भी नहीं। फिर खामी फिर आवाज़, फिर सेवादार भेजा, कहते बुलाओ, कहते हम आवाज़ देते हैं। फिर माता जी सेवा च आ गए। उन्हें फिर बाबा जी ले लंगर तैयार करना, चल दौड़ जा, हूँ खड़ी रहना परे। फिर मैं भगाई कराई जानी। पर वो भी देख लो ऐसी अलूणी सिल उन्हीं नहीं घबराना। बस फिर उन्होंने कृपा करती। 40 साल बाबा जी की गद्दी की उन्हीं सेवा की, माता जी होनी ने बदौछी। 40 साल देख लो, कमाल की गल है। 40 साल कृपा कर गए उन्होंने, बख्शियां कर गए। इस तरह जिहड़ा जम्मू कश्मीर का राजा सी, उहदे बच्चा है ना, किसी ने कहा उत्थे जा। उदों रियासतां हुंदियां सी, जदों दूए राज च जाना ना, तो फिर पहला दसना पैंदा। उदों महाराज पटियाला का राज सी। इधर बेनती की महाराज मैं आना, उन्हें फिर इजाज़त दी। जिले उन्होंने पहला समझाया सी कि वो अलवेले फकीर है, मौज दे मालिक है, पता नहीं किस तरह एक भरा होना। वो जिले गया ना, वो चके 4 रोड़े मारे बटके, चल कहते जम्मू का कुत्ता भी इत्थे आ गया, इसको कहने दस दिया। वो सेवा कहते महाराज काम बन गया थोड़ा। वो जी फिर 4 ही लड़के होए, 4 ही। देखो महापुरुषों के कैसे कौतुक। कहते इसको कहना बोल दिया जहाँ पर संत रहता है। इस करके जोड़े महापुरख है उन्होंने बड़ी अलौकिक खेल होंदी है। कोई ऐसे जोड़े संत है 25 श्री सुखमणी साहब रोज़ करते थे। 25 श्री सुखमणी गुरु अर्जन साहब उन्होंने साख्यात से प्रतख बाबा बीरम दास जी। असी नसलपुर गए, धन धन बाबा अजीत सिंह महाराज चरणों च, उत्थे एक बजुर्ग वो उत्थे गए, कहते कहाँ से हैं? कहते जी नसलपुर। कहते अब नहीं आना, वो मेरा स्वरूप उत्थे बैठे, वो मैं मिले नहीं शरीर करके अंतर जाम। कहते उत्थे दर्शन करा कर, इत्थे नहीं होना मुड़ के। कहते फिर गुरमुखी पढ़ लेना। कहते महाराज, कहते 5 ग्रंथ ही लियाओ, रील ते प्रकाश कर लिया। ज़्यादा उचारना पर बहते। कहते सुनाओ सुखमणी साहब। जिले सुखमणी साहब सुनाउण लगे, वो फिर पब्बां भार हो गया। जिले ब्रह्म ने अष्टपदी अंगूठियां भार खलो गए पैरों के। अष्टपदी पूरी हुई, कहते सुखासन का माला साहब पा दो। कहते महाराज पूरा कर दें। कहते गुरु अर्जन साहब सामने खड़ गया, हुण तेज नहीं झलिया जाता। उन्हों का तेज प्रताप इन्ना, वो झलिया नहीं जाता। करोड़ों सूरजां का प्रकाश, धन गुरु अर्जन साहब। ये तो महाराज कौतुक सी। ततियां तो रेते रूते, ये तो सारे उन्होंने हुक्म च है। भै विच अगन कढ़े बेगार, भै विच धरती दबी भार, भै विच सूरज, भै विच चंद, को करोड़ी चलत अनंत।
ये तो उन्होंने हुक्म च है, जिन्ने देवते है ये तो उन्होंने कौतक है। सो इस वास्ते देख लो ऐसे ऐसे महापुरख। फिर संत मगर सिंह रामगढ़ वाले भी उत्थे गए, उन्होंने भी इवें कहते जाओ भजन करया करो, भजन करया करो। बड़े बड़े महापुरख कमाइयां कीतियां, सुखमनी तो एक मान नहीं, 24,000 स्वाद सफल हो जाता, तो 25 सुखमनी साहब रोज़, इन्नी कमाई की। गुरु अर्जन साहब प्रतख फिर इन्हों सेवा कर जाओ अंमृतसर सेवा करो। कहते महाराज जानता नहीं कोई, कहते महाराज जानणगे। उधर ब्रह्म ज्ञानी बाबा श्याम सिंह जी महाराज जिन्होंने 70 साल सरंदा फड़ के दरबार साहब निष्काम कीर्तन किया। हुण तां पैसे बिना आपां बड़ी उंगल ते नहीं बूते। निष्काम ब्रह्म ज्ञानी बाबा श्याम सिंह महाराज, संगत लै ली, चल पै। महाराज किधर? कहते 2 हंस आ रहे हैं अंमृतसर मानसरोवर ते, बाबा गुरमुख सिंह, बाबा साधु सिंह। बाबा श्याम सिंह जी महाराज आ जिन्हां दे डेरे चों रोजाना कड़ाह प्रसादी देग हो के अंमृत वेले दरबार साहब भोग लगदा, उत्थे व्यक्तिगत किसी की अरदास नहीं हुंदी, बाबा श्याम सिंह की अरदास हुंदी है। देख लो, तो वो जी संगत सेवा करती है ना, लप्पां पर दिंदे कड़ाह प्रसाद देसी त्योले का सेवादार। बाबा श्याम सिंह डेरों दे हुण भी आउंदी है। ब्रह्म ज्ञानी ऐसे महापुरख जिन्हों ने कमाइयां कर करके किस तरह घालना घालियां। सो यूँ अज देखो 14 का दिन आ, धन गुरु अर्जन साहब सच्चे पातशाह किनियां किरपा कर गए, किनियां बख्शां करके गए, उन्हों दे नां नाल किन्नी सृष्टि। जदों शरीर करके सी उदों भी, अज भावें शरीर करके नहीं, कला महाराज दी उवें वरत रही। प्रतख अंत न पावत देव सवै मुनिंद्र महासेव, जो करी फुन मेद ब्रंच विचार रहे हो, हर जाप न छाड़ियो करी, मथुरा जन को प्रभु दीन दयाल, सब संगत श्रेष्ठ निहाल करी। रामदास गुरु जग तारन को, गुर जोत सो अर्जन माहि तरी। जप्यो जिन अर्जन देव गुरु, फिर संकट जोन गर्भ न आयो। ऐसे महाराज आ, ऐसी पवित्र नगरी है, ऐसा पवित्र है। कालो किसान यूनियन का प्रधान है, वो स्पीच सुनाई सिंघां ने, वो कहते बई इन्ने किसान मर गए तो तुसीं शराबां किहड़े चाह च पी रहे हो। तर्क दिती, इन्ने किसान मर गया किहड़ी खुशी च, इत्थे आए हैं, अपनी प्रोटैक्शन आप करो, अपनी रख्या आप करो, अपना पहरा आप दिओ। कोई बंदा भी आके तुहाडे इस संघर्ष में विघन ना पावे। सरकारां तो बहुत कुछ कर दियां, तुहानूं सावधान होकर चलना चाहिए। ये तो हर थां ही किते भी चले जाओ, थोड़ी जी असावधानी होंदी है, बड़े बड़े एक्सीडेंट हो जाते, होर बड़ा कुछ हो जाता। इस वास्ते महाराज सच्चे पातशाह देखो किन्नी किरपा करके गए आ। आप उन्हें नगर बसाया, दरबार साहब बनाए, सरोवर बनाए, संगत पंगत दीवान, कथा कीर्तन लंगर, कैसियां मेहरां पातशाह करके गए आ। तो गुरु ग्रंथ साहब किसी की एक पुश्त चलू, 2 चलू, ये गुरु ग्रंथ साहब जोगा जोगा टालिया। देखो अवतार बहुत होया, पैगंबर बड़े होया, पर एक पैगंबर तो दूआ पैगंबर उहदे थां नहीं आया। तो महाराज 10 गद्दियां तो गुरु ग्रंथ साहब विच ते 5 प्यारिਆਂ 'ਚ कला रख गया बे संगत हर प्रभ बसै जी। महाराज किन्नी मेहर करके गए धन सच्चे पातशाह। सो धन गुरु अर्जन साहब चरणों में बेनती करिए, महाराज कलयुग जीवे, पैर पैर ते भुलां करदे हैं, गलतियां माफ़ करो, चरणों की प्रीति बख्शो, दुख दरिद्र दूर करो, कौम का भला करो,
ਸਾਰਿਆਂ ਦਾ ਭਲਾ ਕਰੋ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਦੇਤੇ। ਰਾਮ मैया हों बारक तेरा, काहे न खंडस अवगुण मेरा। जे अत क्रोप करे कर ताया, तां भी चीत न राखस माया। चिंत पवन मन पर्यो हमारा, नाम बिना कैसे उतरस पारा। देह बिमलवा सदा शरीरा, सह सह गुण में कबीरा। ਉਹਦੇ ਚਰਨਾਂ 'ਚ ਅਰਦਾਸ ਕਰੀਏ ਕਿ ਪਾਤਸ਼ਾਹ ਬਖਸ਼ ਲਓ, ਆਪਣੇ ਚਰਨਾਂ ਦਾ ਪਿਆਰ ਬਖਸ਼ੋ, ਸਮਤ ਬਖਸ਼ੋ, ਸਭ ਦਾ ਭਲਾ ਕਰੋ। ਇਹਨਾਂ ਨੂੰ ਵੀ ਸੋਝੀ ਦਿਓ, ਗਰੀਬ ਪ੍ਰਜਾ ਕਿਵੇਂ ਲਤਾੜੀ ਜਾ ਰਹੀ ਹੈ। ਮਹਾਰਾਜ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।